ਤਿਤ ਲਾਗੇ ਕੰਚੁਆ ਫਲ ਮੋਤੀ ਕਵਨ ਸੁਖਾਰ ਜੋ ਨਿਰਭਉ ਕਹੀਐ ਪਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਕਾਟ ਕੀਰਤ ਨਹੀਂ ਮਨ ਪਤਿਆ ਚਾਰ ਅਚਾਰ ਰਹੇ ਪੁਰਜਾਈ ਪਾਪ ਪੁੰਨ ਦੋਏ ਏਕ ਸਮਾਨ ਨਿਜ ਘਰ ਪਾਰਸ ਤਜੋ ਗੁਣਹਾਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਇ ਪਰਚ ਰਹੋ ਏਸ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਇ ਪਰਚ ਰਹੋ ਏਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਦੋਹੇ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਦਲ ਭੰਜਨ ਗੁਰ ਸੂਰਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਵਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਆਪ ਗੁਰੂ ਪਿਆਰ ਵਾਲਿਆਂ ਨੇ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਵਿਰਾਜਮਾਨ ਹੋ ਕੇ ਗੁਰਮੁਖ ਪਿਆਰਿਆਂ ਤੋਂ ਆਸਣ ਦੀ ਕਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਭ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀ ਸੇਵਾ ਕਾਲ ਥਾਏ ਪਾਉਣ ਔਰ ਸਭਨਾਂ ਨੂੰ ਮਹਾਰਾਜ ਦਰੋਂ ਕਰੋ ਚੜ੍ਹਦੀ ਕਲਾ ਦੇ ਰੋਗਤਾ ਕਾਰੋਬਾਰਾਂ ਵਿੱਚ ਕਾਮਯਾਬੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਗੁਰੂ ਬਖਸ਼ਿਸ਼ ਦੇ ਅਸੀਂ ਸਾਰੇ ਪਾਤਰ ਬਣਦੇ ਰਹੀਏ, ਗੁਰੂ ਚਰਨਾਂ ਦੀ ਹਾਜ਼ਰੀ ਭਰਦੇ ਰਹੀਏ। ਸੋ ਗੁਰੂ ਸਵਾਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਸਾਰੀਆਂ ਸੰਗਤਾਂ ਭਲੀ ਪ੍ਰਕਾਰ ਪਤਾ ਹੈ ਕਿ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਉਸ ਅਧੀਨ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 325 ਤੇ ਦਰਜ ਹੈ। क्योंकि गुरबाणी का हर शब्द हर श्लोक संत मनुखता वास्ते अपनी बुकड़ विच कोई संदेश लैके बैठा है।
ਲਿਹਾਜ਼ਾ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਾਡਾ ਮਾਰਗਦਰਸ਼ਨ ਕਿਵੇਂ ਕਰਦੇ ਹਨ, ਆਓ ਸੁਰੱਖਿਅਤ ਗੁਰੂ ਚਰਨਾਂ ਵਿੱਚ ਜੋੜ ਕੇ ਇਹਨਾਂ ਪਾਵਨ ਬਚਨਾਂ ਨਾਲ ਜੁੜਨ ਦਾ ਯਤਨ ਕਰੀਏ। ਗੌੜੀ ਤੋਂ ਮੁਰਾਦ ਹੈ ਰਾਗ, ਕਬੀਰ ਜੀ ਤੋਂ ਮੁਰਾਦ ਹੈ ਤੇ ਪਵਿੱਤਰ ਸ਼ਬਦ ਜੋ ਹੇਠ ਲਿਖਿਆ ਹੈ ਉਹ ਭਗਤ ਕਬੀਰ ਸਾਹਿਬ ਦਾ। ਇਹ ਅਰਜ਼ ਮੈਂ ਤਾਂ ਕੀਤੀ ਹੈ ਕਿ ਤੁਸੀਂ ਜਿਹੜੇ ਗੁਰਬਾਣੀ ਵਿਚਾਰ ਵਿੱਚ ਦਿਲਚਸਪੀ ਰੱਖਣ ਵਾਲੇ ਹੋ, ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਹੋ। ਕਿਤੇ ਕਿਤੇ ਗੁਰਬਾਣੀ ਵਿੱਚ ਕੁਝ ਸ਼ਬਦਾਂ ਦਾ ਸਰਲੇਖ ਡਿਫਰੈਂਟ ਵੀ ਹੈ, ਅਲੱਗ ਵੀ। ਉਹ ਕੀ ਹੈ? ਉਦਾਹਰਨ ਵਜੋਂ ਮੈਂ ਇੱਕ ਸਰਲੇਖ ਤੁਹਾਡੇ ਨਾਲ ਸਾਂਝਾ। ਸਰਲੇਖ ਹੈ ਰਾਗ ਗੌੜੀ ਬਾਣੀ ਭਗਤ ਕਬੀਰ ਜੀਓ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਹੁਣ ਸਰਲੇਖ ਇਹ ਦੱਸਦਾ ਹੈ ਵੀ ਹੇਠਲਾ ਸ਼ਬਦ ਦੋ ਬਾਣੀਕਾਰ। ਬੜੀ ਅਦਭੁਤ ਗੱਲ ਹੈ, ਜੇ ਦਿਲਚਸਪੀ ਰੱਖੀਏ ਤੇ ਲੁਤਫ ਆਉਂਦਾ। ਇਹ ਤੇ ਹੋਇਆ ਵੀ ਹੇਠ ਲਿਖਿਆ ਸ਼ਬਦ ਫਲਾਂ ਮਹਾਂਪੁਰਸ਼ ਦਾ ਹੈ, ਫਲਾਂ ਬਾਣੀਕਾਰ ਦਾ। ਪਰ ਕਿਤੇ ਕਿਤੇ ਇਸ ਤਰ੍ਹਾਂ ਹੈ ਵੀ ਸ਼ਬਦ ਦੇ ਸਰਲੇਖ ਵਿੱਚ ਹੀ ਇਹ ਕਲੀਅਰ ਕਰ ਦਿੱਤਾ ਵੀ ਇਹ ਸ਼ਬਦ ਦੋ ਮਹਾਂਪੁਰਸ਼ਾਂ। ਹੁਣ ਉਹ ਜਿਹੜਾ ਸ਼ਬਦ ਹੈ ਉਹਦੇ ਵਿੱਚ ਕਿਹੜੇ ਪਦੇ ਕਬੀਰ ਜੀ ਦੇ ਨੇ, ਕਿਹੜੇ ਪਦੇ ਗੁਰੂ ਅਰਜਨ ਸਾਹਿਬ ਜੀ ਦੇ ਨੇ, ਫਿਰ ਉਹ ਨਖੇੜਾ ਕਰਨ ਦੀ ਜ਼ਰੂਰਤ ਹੁੰਦੀ ਹੈ। ਆਉਣ ਵਾਲੇ ਦਿਨਾਂ ਜੋ ਸ਼ਬਦ ਆ ਜਾਣਾ ਹੈ ਉਦੋਂ ਮੈਂ ਐਕਸਪਲੇਨ ਕਰਾਂਗਾ। ਹੁਣ ਇਹ ਜਿਹੜਾ ਸ਼ਬਦ ਹੈ ਜਿਹਦੀ ਅੱਜ ਅਸੀਂ ਵਿਚਾਰ ਕਰ ਰਹੇ ਹਾਂ, ਇਹ ਭਗਤ ਕਬੀਰ ਸਾਹਿਬ ਉਹਨਾਂ ਦਾ ਉਚਾਰਨ ਕੀਤਾ। ਸ਼ੁਰੂਆਤੀ ਬੋਲ ਨੇ ਧਿਆਨ ਦਿਆ ਜੀ, ਜਿਹੜੀ ਇਹ ਭਗਤਾਂ ਦੀ ਬਾਣੀ ਹੈ ਨਾ, ਇਸ ਬਾਣੀ ਬਾਰੇ ਟਕਸਾਲਾਂ ਵਿੱਚ, ਡੇਰਿਆਂ ਵਿੱਚ, ਵਿਦਿਆਲਿਆਂ ਵਿੱਚ, ਖਾਸ ਕਰਕੇ ਮਿਸ਼ਨਰੀ ਕਾਲਜਾਂ, ਹੁਣ ਜਿਹੜਾ ਦੌਰ ਹੈ ਨਾ ਉਹ ਜ਼ਿਆਦਾਤਰ ਮਿਸ਼ਨਰੀ ਕਾਲਜਾਂ ਦਾ ਦੌਰ। ਬਹੁਤ ਸਾਰੇ ਮਿਸ਼ਨਰੀ ਕਾਲਜ ਨੇ। ਸਾਡੇ ਜ਼ਮਾਨੇ ਵਿੱਚ ਕੰਡੀਸ਼ਨ ਹੁੰਦੀ ਸੀ ਕਿ ਜੇ 10ਵੀਂ ਪਾਸ ਹੈ ਤੇ ਕੇਸ ਕਤਲ ਨਹੀਂ ਕਰਾਂਦਾ, ਅੰਮ੍ਰਿਤ ਨਹੀਂ ਵੀ ਛਕਿਆ ਤੇ 3 ਮਹੀਨੇ ਦਾ ਵਕਤ ਦਿੱਤਾ ਜਾਂਦਾ ਸ਼ੱਕ ਹੈ। ਤੇ ਉਹ ਇੱਕ ਔਰਲ ਟੈਸਟ ਹੁੰਦਾ ਸੀ, ਇੱਕ ਰਿਟਨ ਹੁੰਦਾ ਸੀ, ਉਹ ਰੱਖ ਲੈਂਦੇ ਸਨ। ਜੇ ਨਾ ਵੀ ਕਲੀਅਰ ਹੋਵੇ ਤਾਂ ਉਹ ਕਹਿੰਦੇ ਸਨ ਵੀ ਆ ਮੁੱਢਲੇ ਸਿਧਾਂਤ ਰਹਿਤ ਮਰਿਆਦਾ, ਇਹਦਾ 10 ਦਿਨ ਹੋਰ ਅਧਿਐਨ ਕਰਕੇ ਟੈਸਟ। ਔਰ ਹੁਣ ਦੌਰ ਇਹ ਹੈ ਬਈ ਕੰਡੀਸ਼ਨ +2 ਦੀ ਹੈ ਔਰ 3 ਸਾਲ ਦਾ ਕੋਰਸ ਕਰਦਿਆਂ ਨਾਲ ਰਿਲੀਜੀਅਨ ਦੀ BA ਵੀ ਹੋ ਜਾਂਦੀ। ਐਸਾ ਚੇਤਕ ਲੱਗਦਾ ਹੈ ਵੀ 20% ਬੱਚੇ ਜਿਹੜੇ ਨੇ ਉਹ ਨਾਲ ਰਿਲੀਜੀਅਨ ਦੀ MA ਵੀ ਕਰ ਰਹੇ ਨੇ ਔਰ ਵਿੱਚੋਂ 5% ਤੇ PhD ਵਾਲੇ ਪਾਸੇ ਵੀ ਹੋ ਰਹੇ। ਹੁਣ ਦੌਰ ਹੈ ਮਿਸ਼ਨਰੀ ਕਾਲਜਾਂ। ਮੈਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਟੋਰਾਂਟੋ, ਉੱਥੋਂ ਦੇ ਪ੍ਰਧਾਨ ਨੇ ਸਰਦਾਰ ਬੇਅੰਤ ਸਿੰਘ ਚਾਨਾ, ਉਹ ਕਹਿਣ ਲੱਗੇ ਵੀ ਕਾਲਜ ਤੋਂ ਜਿਹੜੇ ਸਿੰਘ ਆਉਂਦੇ ਨੇ ਮੈਂ ਉਹਨਾਂ ਨੂੰ ਲਾਈਕ ਕਰਨਾ, ਪਰ ਇੱਕ ਕਮੀ ਹੈ। ਮੈਂ ਕਿਹਾ ਜੀ ਦੱਸੋ? ਕਹਿਣ ਲੱਗਾ ਵੀ ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਦੀ। ਤੇ ਮੇਰੀ ਇੱਕ ਚਾਹ ਹੈ ਜੇ ਤੁਸੀਂ ਕਹੋ ਕਿ, ਮੈਂ ਕਿਹਾ ਜੀ ਦੱਸੋ? ਆਖਣ ਲੱਗਾ ਵੀ ਅੰਗਰੇਜ਼ੀ ਦੇ ਲੈਕਚਰਾਰ ਦੀ ਤਨਖਾਹ ਮੈਂ ਦਿਆਂ, ਤੁਸੀਂ ਉੱਥੇ ਲੈਕਚਰਾਰ। ਮੈਂ ਸੰਪਰਕ ਕੀਤਾ, ਉਹ ਕਹਿ ਲੱਗੇ ਜੀ ਤੁਸੀਂ ਇਹ ਦੱਸੋ ਵੀ ਤੁਹਾਨੂੰ ਅੰਗਰੇਜ਼ੀ ਬੋਲਣ ਵਾਲੇ ਚਾਹੀਦੇ ਕਿੰਨੇ ਨੇ? ਉਹ ਤੁਹਾਡੇ ਵਾਲਾ ਮਨ 93-95 ਦਾ ਗਿਆ। ਸਾਡੇ ਕੋਲ ਆਲਰੇਡੀ ਸਿੰਘ ਹੈਗੇ ਨੇ ਜਿਹੜੇ ਇੱਥੇ ਇੰਗਲਿਸ਼ ਸਿਖਾਉਂਦੇ ਵੀ ਨੇ ਔਰ ਬੜੀ ਫਰਾਟੇ ਦਾ ਅੰਗਰੇਜ਼ੀ ਬੋਲ ਵੀ ਲੈਂਦੇ ਨੇ, ਔਰ ਵਿੱਚੋਂ ਕਈ ਤੇ ਫ੍ਰੈਂਚ ਵੀ ਸਿੱਖ ਰਹੇ। ਤਾਂ ਹੁਣ ਇੱਕ ਦੌਰ ਹੈ। ਤਾਂ ਇਸ ਦੌਰ ਵਿੱਚ ਜਦੋਂ ਤੁਸੀਂ ਟਕਸਾਲਾਂ ਵਿੱਚ, ਕਾਲਜਾਂ ਵਿੱਚ, ਵਿਦਿਆਲਿਆਂ ਵਿੱਚ ਸਿੱਖਣ ਜਾਂਦੇ ਹੋ ਨਾ, ਸਿੱਖਣ, ਤੇ ਜਦੋਂ ਭਗਤ ਸਾਹਿਬਾਨ ਦੀ ਬਾਣੀ ਦੀ ਗੱਲ ਆਵੇ ਤੇ ਇੱਕ ਸ਼ਬਦ ਉਹ ਵਰਤਦੇ ਨੇ, ਮਹਿੰਗੀ ਬਾਣੀ। ਇਹ ਕਿਉਂ ਸ਼ਬਦ ਵਰਤਿਆ ਜਾਂਦਾ ਹੈ? ਕਿਉਂਕਿ ਅਸਲ ਗੱਲ ਹੈ ਵੀ ਇਹ ਗੁਰਬਾਣੀ ਬਾਕੀ ਬਾਣੀ ਦੇ ਹਿੱਸਿਆਂ ਨਾਲੋਂ ਥੋੜੀ ਟਫ ਹੈ। ਇੱਥੇ ਮੈਨੂੰ ਸ਼ਬਦ ਵਰਤਣਾ ਪੈਣਾ, ਮੇਰੀ ਮਜਬੂਰੀ ਹੈ, ਔਖੀ ਹੈ। ਔਖਾ ਸ਼ਬਦ ਨਹੀਂ ਵਰਤਣਾ। ਬਾਣੀ ਕਾਹਦੀ ਹੈ ਜਿਹੜਾ ਔਖਾ ਕਰੇ? ਇਸ ਲਈ ਸ਼ਬਦ ਚੁਣਿਆ ਮਹਿੰਗਾ। ਭਾਈ ਇਹਨੂੰ ਸਮਝਣ ਲਈ ਦਿਮਾਗ ਸੋਚਣਾ ਪਏਗਾ।
ਥੋੜਾ ਜਿਹਾ ਉਚੇਚਾ ਧਿਆਨ ਦੇਣਾ ਪਏਗਾ, ਵਜ਼ੋਂ ਦੇਣੀ ਪਏਗੀ। ਇਸ ਕਰਕੇ ਕਿਹਾ ਭਾਈ ਮਹਿੰਗੀ ਬਾਣੀ ਦੀ ਜੁਦਾ ਸੰਖਿਆ ਹੁੰਦੀ। ਹੁਣ ਲਗਾਤਾਰ ਮਹੀਨੇ ਤੋਂ ਵੀ ਜ਼ਿਆਦਾ, ਲਗਭਗ 2 ਮਹੀਨੇ ਇਹ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਦੀ ਬਾਣੀ ਚੱਲਦੀ ਔਰ ਅੱਗੇ ਜਾ ਕੇ ਫਿਰ ਬਾਵਨ ਅੱਖਰੀ ਵੀ ਆ ਜਾਣੀ। तो मैं अर्ज करा ਇਹਨੂੰ ਸਮਝਣ ਲਈ ਥੋੜਾ ਜਿਹਾ, ਜਿਵੇਂ ਤੁਸੀਂ ਮੈਥ ਦੇ ਪੀਰੀਅਡ ਵਿੱਚ ਜਾਣਾ ਹੋਵੇ ਤੇ ਉਚੇਚੀ ਇਕਾਗਰਤਾ ਮੰਗਦਾ ਹੈ, ਹਿਸਟਰੀ ਵਿੱਚ ਤੇ ਸਵਾਦ ਆਉਂਦਾ। ਹੁਣ ਸ਼ੁਰੂਆਤੀ ਬੋਲ ਸੁਰ ਤੇ ਜ਼ੋਰ ਦੇ ਕੇ ਸੁਣਿਓ। जोत की जात जात की ज्योति तित लागे कंचुआ फल मोती। हुण जेड़ा पहला अखर है जोत, जज्जे नूं होड़ा तत्ते नूं छियारी, इहदे अर्थ ने परमात्मा की जोत, परमात्मा की सत्ता। जोत की जात, हुण जेड़ा अगे शब्द जात आ गया, जज्जे करना तत्ते छियारी, वो जात शब्द भाईचारे वास्ते नहीं, जिवें फलां बरादरी ਉਹਦੇ ਲਈ ਜਾਤ ਜਾਂ ਪਾਤ ਸ਼ਬਦ ਵਰਤਿਆ ਹੈ, ਕਿਉਂਕਿ ਕਈ ਵਾਰ ਗੁਰਬਾਣੀ ਵਿੱਚ ਸਪੈਲਿੰਗ ਉਹੀ ਹੁੰਦੀ ਹੈ, ਪ੍ਰਕਰਨ ਬਦਲ ਜਾਣ ਨਾਲ ਉਹਦੇ ਅਰਥ ਵੀ ਬਦਲਦੇ। ਹਜ਼ੂਰ ਫਰਮਾਨ ਕਰ ਰਹੇ ਨੇ ਵੀ ਇਹ ਜਿੰਨੀ ਵੀ ਸ੍ਰਿਸ਼ਟੀ ਹੈ, ਇਹ ਜਿਹੜੀ ਜਾਤ ਹੈ, ਇਹਦੇ ਅਰਥ ਨੇ ਪੈਦਾਇਸ਼। ਤੁਸੀਂ ਵੇਖੋ ਵੀ ਜਾਤ ਦੇ ਅਰਥ ਪੈਦਾਇਸ਼, ਤੇ ਪੈਦਾਇਸ਼ ਤੋਂ ਸੈਂਸ ਸ੍ਰਿਸ਼ਟੀ। ਇਹ ਸਾਰੀ ਸ੍ਰਿਸ਼ਟੀ परमात्मा की जोत, परमात्मा के नूर विचों पैदा किवें पैदा हुई है। हजूर कहते ने एक नूर ते सब जग उपजिया, कौन भले को मंदे। गुरु नानक साहब इन थोड़ा जिहा होर विस्तार नाल बोलते ने। आसा की वार दी पहली पौड़ी विच हुणे तुसीं आसा की वार दा कीर्तन सुने ना, राग आसा महला पहला, फिर अगे टुंडे असराज की भी गल होती है। हुण तुसीं वेखो भी जिहड़ा टुंडा असराज है उहनूं गुरु ग्रंथ साहब महाराज दे विच बिठा दित्ता। कदी असीं सोचिया होवे, सुर ते जोर दिता होवे भी आखिर इस टुंडे असराज नूं गुरु ग्रंथ साहब च क्यों बिठा दित्ता? ਉਹਦੀ वजह पता की सी? ਉਹਦੀ वजह सी ਉਹਦਾ आचरण, ਉਹਦਾ किरदार, ਉਹਦਾ करैक्टर। हिस्टरी है और एडा उच्चा आचरण उन्हें विखाया भी ढाडियां ने ओदियां 12 पौड़ियां शुरू कर दी। और हजूर ने हुक्म किया भी जिस धुन दे उत्ते टुंडे असराज दी 12 ढाडी गाउंदे ने, उसे धुन दे उत्ते आसा की वार दा कीर्तन। यह भी मैं कहता ਜਿਹੜੀ ਧੁਨ ਦੇ ਉੱਤੇ, ਜਿਹੜੀ ਲਹਿ ਦੇ ਉੱਤੇ ਟੁੰਡੇ ਅਸਰਾਜ ਦੀ ਢਾਡੀ ਕਵੀਸ਼ਰ ਤਾਰੀਫ ਕਰਦੇ ਨੇ, ਉਹ ਉਹੀ ਤਰੀਕਾ ਵਰਤਣਾ ਆਸਾ ਕੀ ਬਾਤ। ਖੈਰ ਉਹ ਵੱਖਰਾ ਵਿਸ਼ਾ। ਫਿਰ ਪਹਿਲਾ ਸ਼ਲੋਕ ਬਲਿਹਾਰੀ ਗੁਰ ਆਪਣੇ, ਫਿਰ ਦੂਜਾ ਜੇ ਸੋ ਚੰਦਾ ਹੁਕਮੈ, ਫਿਰ ਤੀਜਾ ਨਾਨਕ ਗੁਰੂ ਨਾ ਚੇਤਨੀ, और फिर होगी ये पौड़ी। आपी ने आप साजियो, आपी ने रचियो ना। सृष्टि ते परमात्मा ने बनाई, पर प्रश्न ये पैदा होता परमात्मा नूं किन बनाया? ते गुरु नानक साहब महाराज कहते ने अपने आप नूं उन्हें आप ही बनाया। आपी ने आप साजियो। हुण तुसीं कहो जी ये गल ते भेजे च नहीं पैंदी, ते यही ते उहदी खासियत है। जे वो मुकम्मल भेजे विच पै जाए ते असीं आत्मा काहदियां ते वो परमात्मा काहदा। यही ते फर्क है साडे ते ओहदे विच। ओहदा मुकम्मल बोध कोई हासिल नहीं कर सकता। बस इतना ही काफी है भी सानू गुरु नानक साहब ने दस्या भाई परमात्मा ने अपने आप ही साजिया। आप ही ने आप साजियो, आप ही ने रचियो नाम। अपना नाम
और दूजे नंबर ते की कीता, दोई कुदरत साची है कर आसन डिठो जाओ। दूजे नंबर ते उन्हें कुदरत पैदा की, पहला काबिल फिर कुदरत। गुरु नानक साहब इन्हों कहते हैं, दाता करता आप तू तुस देवे करे। फिर एक बड़ा बड़ा भरम सी उन्होंने तोड़िया। वो भरम सी त्रिमूर्ति का, ब्रह्मा जी पैदा करते हैं, विष्णु जी परवरिश करते हैं, ते शिव जी जिहड़े ने वो संघार करते हैं। गुरु नानक साहब महाराज कहने लगे नहीं, पैदा भी खुद करता है, परवरिश भी खुद करता है, संघार भी खुद करता है। दाता करता आप तू, दाता भी आप देता है, बनाता भी आप है। तुस देव है करे पसाओ, त्रुट के सानू दाता देता है। ते तू जानोई सब सह दे लैसै जिंद गवाओ। तू सारियां दे दिल दी जानन वाला है, पहला सानू जिंद दे लेना है ते फिर साडे तो जिंद खो लेना है। कोई शिव जी जिंद नहीं खोंदा, वो आप ही जिंद खोंदा। तुस देवे करे पसाओ, तू जानोई सब सह दे लैसै जिंद गवाओ। कर आसन डिठो जाओ। अपनी सृष्टि को बना के आप ही ਉਹਦੇ ਵਿੱਚ ਵਿਰਾਜਮਾਨ ਹੋ ਕੇ ਬੈਠ ਜਾਓ। ਭਗਤ ਨਾਮਦੇਵ ਸਾਹਿਬ ਇਸ ਸ੍ਰਿਸ਼ਟੀ ਰਚਨਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਉਹ ਕਹਿੰਦੇ ਨੇ, ਪਹਿਲ ਪੁਰੀਏ ਪੁੰਡਰਕ ਬੰਨਾ ਤਾਂ ਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾ ਚੰਤੀ ਨਾਥ। ਪਹਿਲ ਪੁਰਸਾ ਬਿਰਾ ਦੋ ਪੁਰਸਾ ਕਮਰਾ ਅਰਸਗਾ ਅਰਸ ਉਸਗਾ ਹਰ ਕਾ ਬਾਗਰਾ ਨਾਚੈ ਬਿੰਦੀ ਮੈਂ ਸਾਗਰਾ। नाचंती गोपी जन्ना नैया ते पैरे करना तर्क नाचा प्रज्ञा चा केसवा बचौनी अये मये एक आंधी बिंदी ऊं करे संसारा। परम आए तुम चे द्वारा तू कौन रे मैं जी नामा हो जी। गीत कहते ने आला ते जवाब ना जाऊंगा, थोड़ा महंगा मैं थोड़ा जिहा खोल दे। पहल पुरीए पुंडरक बनना, शुरू शुरू विच पुंडरक बनना तां चे हंसा सगले जन। शुरू शुरू में चिट्टे रंग दे और फुल पैदा किए। तो इस तरह की क्लास में भगत नामदेव साहब बयान करते हैं। तो थोड़ा जहा पर्यायवाची शब्द ने सिद्धांत इको ही है, क्योंकि इक्का बाणी एक गुर इको शब्द विचार। शब्द महंगा है, मैं इन्हू सारे को बोलने लग पाया तो अज का वक्त सारा इहदे च खर्च हो। मैं मूल शब्द वाल तुहाडी सुर दवावां। जोत की जात जात की ज्योति। परमात्मा की जोत तो परमात्मा की सत्ता तो सृष्टि पैदा हुई है। हुण अगे ध्यान दे, हुण ये जिहड़ी सृष्टि पैदा हुई है जात की ज्योति, इस पैदाइश का इस सृष्टि की जिहड़ी ज्योति है, और ज्योति के अर्थ हो गए बुद्धि अकल। वो जुदा जुदा, सारियां दी बुद्धि इको जी नहीं होती। क्यों इको तरह की नहीं होती? अगली पंक्ति च महाराज ने क्लीयर कर दिता, तित लागे कंचुआ फल मोती। हुण किसे दी मत ते कच वर्गी है ते किसे दी मोती वर्गी है, किसे दी सस्ती है किसे दी महंगी है। कोई बड़ा सियाणा है ते खिमा करना कोई नहीं भी सियाणा। आम तौर पर विद्वाना ने बुद्धि को 3 हिस्सों च वंडिया। गद्दा बुद्धि, चमड़ा बुद्धि ते तेलिया बुद्धि। गद्दा बुद्धि की है? असीं सोफियां ते कुर्सियां ते बैठे उहदे थल्ले जिहड़ा फोम हुंदा है वो तुसीं कढ लो, पग नूं ठीक करन वाली सिलाई लैके उहदे विच ठोक दिओ। वो जदों तुसीं खोभोगे ते उहनूं थल्ले प्रैस करदा है, सानूं वो मघोरी जी लगेगी। पर जदों तुसीं उत्तों जोर, उत्तों जिहड़ा बल है, उत्तों जिहड़ा प्रैशर है हटा दोगे, सिलाई हटा लोगे, तो वो गद्दे ने फिर उत्थे आ जाना। यानी वो बुद्धि जिन्ना कु चिर गल करने पे उन्ना कु चिर गल समझ में आ गई, लगता भी, और गल खत्म हुई तो सब कुछ खत्म। इहनूं कहंदे ने गद्दा बुद्धि। दूजे नंबर की बुद्धि है चमड़ा बुद्धि। मोची जोड़े बनाने का काम करते हैं। हुण जदों नवां जोड़ा बनाना है तो आर होंदी है ना, आर
ਜਿਹਨੂੰ ਬਾਣੀ 'ਚ ਵੀ ਕਿਹਾ ਆਰ ਨਹੀਂ ਜੇ ਤੋਪੋ, ਉਹ ਆਰ ਦੇ ਕੇ ਇੱਕ ਕੱਟ ਲੱਗਾ ਹੁੰਦਾ, ਉਹਨੂੰ ਚਮੜੇ ਦੇ ਵਿੱਚ ਇਹ ਉਹ ਲਗਾ ਕੇ ਅਗਲੇ ਪਾਸਿਓਂ ਧਾਗਾ ਉਹਦੇ ਨਾਲ ਆ ਕੇ ਖਿੱਚ ਲੈਂਦੇ। ਹੁਣ ਉਹ ਜਿਹੜਾ ਧਾਗੇ ਦਾ ਸਾਈਜ਼ ਹੈ, ਮੋਟਾਈ ਹੈ, ਤੇ ਆਰ ਦੀ ਮੋਟਾਈ ਉਹਦੇ ਨਾਲੋਂ 2 3 4 ਗੁਣਾ ਜ਼ਿਆਦਾ ਹੁੰਦੀ ਹੈ। ਉਹਨਾਂ ਨੂੰ ਪੁੱਛੀਏ ਵੀ ਧਾਗੇ ਜਿੰਨੀ ਕਿਉਂ ਨਹੀਂ ਰੱਖੀ? ਉਹ ਕਹਿੰਦੇ ਜੀ ਧਾਗੇ ਜਿੰਨੀ ਤਾਂ ਨਹੀਂ ਰੱਖੀ ਵੀ ਜਦੋਂ ਇਹਨੂੰ ਇਹਦੇ ਵਿੱਚ ਪਾ ਕੇ ਖਿੱਚਣਾ ਹੈ ਤੇ ਇਹ ਚੌਥਾ ਹਿੱਸਾ ਇਹਦੇ ਵਿੱਚ ਸੁਰਾਖ ਰਹਿ ਜਾਂਦਾ ਹੈ, ਬਾਕੀ ਸੁਰਾਖ ਆਪਣੇ ਆਪ ਖਤਮ ਹੋ ਜਾਂਦਾ। ਇਸ ਲਈ ਆਰ ਥੋੜੀ ਜਿਹੀ ਮੋਟੀ ਤੇ ਧਾਗਾ ਥੋੜਾ ਜਿਹਾ ਪਤਲਾ ਰੱਖਿਆ। ਦੱਸਣਾ ਜ਼ਿਆਦਾ ਤੇ ਸਮਝ ਥੋੜੀ ਹੋ। ਇਹ ਕਿਹੜੀ ਬੁੱਧੀ ਹੈ? ਚਮੜਾ ਬੁੱਧੀ ਹੈ। ਤੀਸਰੀ ਬੁੱਧੀ ਹੈ ਤੇਲੀਆ ਬੁੱਧੀ। ਟੱਬ ਭਰ ਕੇ ਪਾਣੀ ਦਾ ਇਸ਼ਨਾਨ ਕਰ ਰਹੇ ਆ, ਕੋਲ ਤੇਲ ਪਿਆ ਆ ਸਰੋਂ ਦਾ, ਥੋੜਾ ਜਿਹਾ ਚੁਟਕੀ ਕੁ ਤੇਲ ਤਲੀ ਤੇ ਪਾ ਕੇ ਉਹਨੂੰ ਮਲਿਆ, ਇੱਕ ਤੁਪਕਾ ਤੇਲ ਦਾ ਟੱਬ ਦੇ ਵਿੱਚ ਡਿੱਗ ਪਏ। ਤੁਸੀਂ ਸਾਬਣ ਲੈ ਕੇ, ਤੇਲ ਲੈ ਕੇ, ਤੌਲੀਆ ਲੈ ਕੇ ਮਹਿਮਾਨ ਨੂੰ ਚਬੱਚੇ ਤੇ ਨਵਾਉਣ ਲੈ ਜਾਓ, ਨਹਾਉਂਦਿਆਂ 2 ਬੂੰਦਾਂ ਪਾਣੀ ਦੀਆਂ ਚਬੱਚੇ ਦੇ ਵਿੱਚ ਡਿੱਗ ਪੈਣ, ਸਾਰੇ ਚਬੱਚੇ ਤੇ ਸਤਰੰਗੀ ਪੀਂਘ ਬਣਾ ਲੈਣ। ਇਹ ਤੇਲੀਆ ਬੁੱਧੀ। ਥੋੜਾ ਦੱਸਣਾ, ਜ਼ਿਆਦਾ ਸੁਣਨਾ। ਸ੍ਰਿਸ਼ਟੀ ਦੀ ਰਚਨਾ ਪ੍ਰਮਾਤਮਾ ਨੇ ਕੀਤੀ ਹੈ, ਜੀਵ ਸਾਰੇ ਉਸੇ ਦੇ ਨੇ। ਕਿਸੇ ਦੀ ਬੁੱਧੀ ਨੂੰ ਕੱਚ ਲੱਗਾ ਹੈ, ਕਿਸੇ ਦੀ ਬੁੱਧੀ ਨੂੰ ਮੋਤੀ ਲੱਗਾ ਹੈ, ਕੋਈ ਬੜਾ ਅਕਲਵਾਨ ਹੈ ਤੇ ਕੋਈ ਘੱਟ ਅਕਲਵਾਨ। ਕਿਸੇ ਦੀ ਬੁੱਧੀ ਬੜੀ ਤੇਜ਼ ਤਰਾਰ ਹੈ, ਕਿਸੇ ਦੀ ਘੱਟ ਤੇਜ਼ ਤਰਾਰ ਹੈ। ਘੱਟ ਵੀ ਉਹਨੇ ਬਣਾਈ ਹੈ, ਜ਼ਿਆਦਾ ਵੀ ਉਹਨੇ ਬਣਾਈ ਹੈ। ਜਿਤ ਜਿਤ ਲਾਵੇ ਤਿਤ ਤਿਤ ਲੱਗਣਾ, ਨਾਨਕ ਕਰਤੇ ਕੀ ਕਰਤਾ ਜਾਣੇ ਰਚਨਾ। ਇਹ ਸਭ ਉਹਦੇ ਹੁਕਮ ਵਿੱਚ ਹੀ ਹੈ ਸਾਧ ਸੰਗਤ ਜੀ। फिर आपकी की सुरतमा जोत की जात, जात की ज्योति, तित लागे कंचवा फल मोती, कवन सो घर जो निर्भव कही है। ये मूल शब्द है जिनको असीं अज बचा रहे। भौ भज जाए अपह हो रही है रहाओ। वो केड़ा घर है, वो केड़ी थां है। कवन सो घर, वो केड़ी जगह है, वो केड़ा ठिकाना है जिथे मनुख निडर हो सकता हो, जिथे डर डिग पैण। क्योंकि सच्चाई तो यह है भी मनुख दहशत में जिंदगी बसर करता है। वो डर एक तरह का नहीं, वो डर कई तरह। अज भगत कबीर साहब महाराज कहते भी कोई तरीका है डरां तो निजात हासिल करने का। डर तो बहुत ने। कवन सुकार जित निर्भव रही है, भौ भज जाए अपह हो रही है। ਉਹਦਾ ਤਰੀਕਾ ਭਗਤ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤਾ। ਮੈਂ ਛੋਟੀ ਜਿਹੀ ਅਰਜ਼ ਕਰਾਂ, ਜੇ ਤੁਸੀਂ ਥੋੜਾ ਜਿਹਾ ਤਰਸ ਕਰਕੇ ਸੁਰ ਤੇ ਜ਼ੋਰ ਦੇ ਕੇ ਸੁਣ ਲਓ ਤੇ ਗੁਰਬਾਣੀ ਦੀ ਵਿਚਾਰ ਕਰਨੀ ਤੇ ਸੁਣਨੀ ਹੋਰ ਵੀ ਸੌਖੀ ਹੋਵੇ। ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਣੀ ਤੇ ਸਾਰੀ ਇੱਕ ਹੈ, ਪਰ ਜੇ ਬਹੁਤ ਵਧੀਆ ਢੰਗ ਨਾਲ ਉਹਦੀ ਵਿਆਖਿਆ ਕਰਨੀ ਹੈ ਤੇ ਜਿਸ ਮਹਾਂਪੁਰਸ਼ ਦਾ ਸ਼ਬਦ ਤੁਸੀਂ ਵਿਆਖਿਆ ਕਰ ਰਹੇ ਹੋ ਉਸੇ ਦੀ ਬਾਣੀ ਹੀ ਉਹਨੂੰ ਜ਼ਿਆਦਾ ਵਿਆਖਿਆ ਕਰੇਗੀ। ਉਦਾਹਰਨ ਵਜੋਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰ ਲਾਏ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਕੋਏ। ਦੇਖੋ ਹੁਣ ਮੇਰਾ ਅਨੁਭਵ ਹੈ ਵੀ ਟੇਬਲ ਟਾਕ ਵਿੱਚ ਮੈਂ ਗੁਰਮੁਖਾਂ ਨੂੰ ਸੁਣਿਆ ਹੈ, ਕੋਈ ਬਹੁਤਾ ਬੋਲੇ ਤੇ ਉਹਨੂੰ ਕਹਿਣਗੇ ਵੀ ਬਹੁਤਾ ਬੋਲਣ ਝੱਖਣ ਹੋਏ। ਹੁਣ ਇਹ ਜਿਹੜਾ ਬਹੁਤਾ ਬੋਲਣ ਝੱਖਣ ਹੋਏ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਇਹਦੇ ਅਰਥ ਥੋੜੇ ਜਿਹੇ ਡੀਪ ਨੇ, ਥੋੜੇ ਡੂੰਘੇ। ਇਹਦੇ ਅਰਥ ਨੇ ਵੀ ਜੀਉ ਤਪਤ ਹੈ ਬਾਰੋ ਬਾਰ, ਪ੍ਰਕਰਨ ਵੇਖੋ ਜੀ ਤਪਦਾ ਹੈ, ਤਪ ਤਪ ਖਪੈ ਖਪਦਾ ਹੈ। ਕਿਉਂ? ਪਾਣੀ ਵਿਸਰ ਜਾਏ, ਪੱਕਾ ਰੋਗੀ ਮਿਲ ਲਾਏ। ਹੁਣ ਇਹਨਾਂ ਦੁੱਖਾਂ ਤੋਂ ਵਿਚਲਤ ਹੋ ਕੇ, ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਤੇ ਇਹ ਕਹਿਣਾ ਮੈਨੂੰ ਦੁੱਖ ਨਾ ਮਿਲੇ, ਮੈਨੂੰ ਦੁੱਖ ਨਾ ਮਿਲੇ, ਮੈਨੂੰ ਦੁੱਖ ਨਾ ਮਿਲੇ। ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਕੁਝ ਆਟ ਨਾ ਹੋਇਓ,
हजूर कहते ने अरदास नहीं, ये झक मार रहा। महाराज हद हो गई है, झक क्यों मार रहा? कह लगे जो काम हो ही ना सकता हो झक ही होती है। हुण इसे गल नूं गुरु नानक साहब अपनी बाणी च बोलते किवें, एक संखेप या श्लोक है जिहदे विच महाराज कहते ने नानक इहते जमकी देनी। नानक आखे भाई बोलन झकना, बोलन झकना, ये बोलना झक मारन दे बराबर है। उथे बहुता बोलन झखण होए, नानक बोलन झकना, ये बोलन झकना, दुख छट मंगिए सुख। हे वाहगुरू मैनू सुख मिल दुख ना मिले, हे वाहगुरू मैनू सुख मिल दुख ना मिले। वो भलिया दुख भी तेरे भले लई, सुख भी तेरे भले लई, मान भी तेरे भले लई, अपमान भी तेरे भले, रिजक भी तेरे भले लई, भुख भी तेरे भले, जन्म भी तेरे भले लई, मौत भी तेरे भले लई। कौन रखता 20 साल पुरानी गड्डी जे कोल पैसे हो? वही रखता जिहदी पेश नहीं जाती। जदों काम ना काम करन, अखां काम ना करन, हाथ पैर काम, सुरत काम ना करे, नाड़ी तंत्र काम ना करे, उन्होंने तरस आ जाता है। इन्हें संसार में मेला वेखना ते लिया पुराना शरीर मैनू दे, मैं तेनू नवा शरीर दे दे। और उहदे लई मौत का घटनाक्रम वापरना बड़ा जरूरी होता है। वो भी भले नहीं करता, सानू समझ नहीं आती। नानक बोलन झकना, ये बोलना, ये कहना झक मारन दे बराबर है। दुख छट मंगिए सुख, दुख सुख दोए दर कपड़े। सोचो जे साडे कोल इक्को ही पोशाक होवे, इक्को ही कुर्ता पजामा होवे, इक्को ही पैंट शर्ट होवे, की करोगे जी? दो ते मिनिमम चाहिदियां ने ना। एक मैली हो जाए, गंदी हो जाए, ते जेड़ी दूसरी साफ करके प्रेस करके रखी हुई है उन्होंने पा लीए ते इहनूं उतार के साफ कर सकीए। जदों सुख बिल्कुल इन्ने ज्यादा हो जाए भी असीं गाफल होण लगिए, दुख दे देना, दुख इन्ने हो जाए असीं टुटण लगिए, फिर वो सुख दे देना। इसलिए हजूर कहंदे ने दुख सुख दोए दर कपड़े, पहरे जाए मनुख, जिथे बोलण आ रही है तिथे चंगी चुप। हुण ये गुरु नानक साहब का जिहड़ा वचन है, बहुता बोलन झक्कण होए, ये उत्थे टेबल टॉप च असीं नहीं वरतना। जे कोई ज्यादा बोलता हो तो ये गलत अर्थ दे असीं ये गल करते। इसे तरह कवन सो घर जो निरभौ कहिए, भौ भज जाए, भौ डर जिहड़ा दौड़ जाए। हुण वेखो भगत कबीर साहब की बाणी जी किवें व्याख्या करती, बिल्कुल ऐ जिवें मतलब झट पा दी है ना थोड़ा मार के। आप जी कहते ने डड्डा डर उपजै डर जाई, आ तेनू जांच दसा सारे डर किवें दूर हुंदे। आख लगे जी दसो, आख लगे सारे डर खत्म हो जाएंगे, पर बदले विच एक निर्मल भय तेनू हिरदे च वसाना पएगा परमात्मा का। परमात्मा का निर्मल अदब हिरदे विच वसा लै, डड्डा डर उपजै। जदों तेरे हिरदे च परमात्मा का डर, परमात्मा का निर्मल अदब बैठ जाएगा, डर जाएगी, बाकी सारे डर उत्थों चले जाए। परमात्मा का निर्मल अदब हिरदे दे विच वसा, और परमात्मा का निर्मल अदब हिरदे च वसाना की है? थोड़ा जिहा सुर ते जोर दे आ जे। वो है साध संगत, ये फील करना भी हर वक्त परमात्मा मैनू वेख रहा। तुसीं देखो असीं जदों भी कोई क्राइम करते हैं, कोई गलत काम करते हैं, माफ कर जां ते असीं हनेरा लभने आ जां अकाम लभने, यानी कि मैनू कोई देख ना रहा हो। ते जे बिरती इस तरह की बना ली है भी परमात्मा मैनू हर वक्त ही देख रहा, देख की वार अनंत पर्दे में परदारा संग फाकै, और चित्रगुप्त जब लेखा मांगे तब कौन पर्दा तेरा तक है। मस्कीन साहब कहते होंदे सन भी जे गल है भी हिंदुओं का चित्रगुप्त है, साडा नहीं, साडी जुदा कौम है,
ਤੇ ਤੁਸੀਂ ਚਿੱਤਰਗੁਪਤ ਨਾ ਕਿਹਾ ਕਰੋ, ਗੁਪਤ ਚਿੱਤਰ ਕਹਿ ਲਿਆ ਕਰੋ। ਗੁਪਤ ਚਿੱਤਰ ਬਣ ਰਹੇ ਸਾਡੀ ਸਾਰਿਆਂ ਦੀ ਵੀਡੀਓਗ੍ਰਾਫੀ ਹੋ ਰਹੀ ਹੈ, ਇੱਕ ਇੱਕ ਪਲ ਦੀ ਵੀਡੀਓਗ੍ਰਾਫੀ ਹੋ ਰਹੀ ਹੈ। ਔਰ ਜਿਵੇਂ ਮੁਕਰਨਾ ਹੈ ਉਹਨੇ ਲਗਾ ਕੇ ਔਨ ਕਰਕੇ ਕਹਿਣਾ ਵੀ ਤੂੰ ਖੁਦ ਹੀ ਦੇਖ ਲੈ ਕੀ ਕਰਦਾ ਹੁੰਦਾ। ਜਦੋਂ ਇਹ ਮਹਿਸੂਸ ਕਰੀਏ ਵੀ ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਾਇਆ ਜਾਏ, ਜਦੋਂ ਇਹ ਮਹਿਸੂਸ ਕਰੀਏ ਵੀ ਨਿਕਟ ਗੁਜੈ ਸੋ ਬੁਰਾ ਕਿਉਂ ਕਰੈ, ਜਿਹੜਾ ਵਾਹਿਗੁਰੂ ਨੂੰ ਨੇੜੇ ਸਮਝਦਾ ਉਹ ਬੁਰਾ ਕੰਮ ਕਰ ਹੀ ਨਹੀਂ ਸਕਦਾ। ਬਿਗ ਸੱਚੈ ਨਿਤ ਡਰਦਾ ਫਿਰੈ, ਜਦੋਂ ਬਿਗ ਸੱਚਦਾ ਤੇ ਫਿਰ ਡਰਦਾ ਵੀ, ਕਿਉਂਕਿ ਸੋ ਡਰੈ ਜੋ ਪਾਪ ਕਮਾਉਂਦਾ ਧਰਤੀ ਵਿਰਸੇ। ਨਿਕਟ ਗੁਜੈ ਸੋ ਬੁਰਾ ਕਿਉਂ ਕਰੈ, ਬਿਗ ਸੱਚੈ ਨਿਤ ਡਰਦਾ ਫਿਰੈ, ਹੈ ਨਿਕਟੈ ਭੇਦ ਨਾ ਪਾਇਆ, ਬਿਨ ਬੂਝੇ ਸਭ ਮੋਈ ਮਾਇਆ। ਨੇੜੇ ਨੇੜੇ ਸਭ ਕੋਈ ਕਹੈ, ਗੁਰਮੁਖ ਭੇਦ ਕੋ ਵਿਰਲਾ ਲੈ। ਹੁਣ ਤੇ ਸਾਰੇ ਨੇੜੇ ਨੇੜੇ ਕਹਿੰਦੇ, ਪਰ ਨੇੜੇ ਕਿਸੇ ਗੁਰਮੁਖ ਵਿਰਲੇ ਨੂੰ ਦਿਸਦਾ ਹੈ। ਕਿਸ ਤਰ੍ਹਾਂ ਦਿਸਦਾ ਹੈ? ਉਹ ਨਿਰਗੁਣ ਸਰਗੁਣ ਦੇ ਵਿੱਚ ਉਹਦੇ ਦੀਦਾਰ। ਔਰ ਸਰਗੁਣ ਕੀ ਹੈ? ਤੁਸੀਂ ਸਾਰੇ ਉਹਦਾ ਸਰਗੁਣ ਸਰੂਪ। ਇਹਨੂੰ ਨਾਮਦੇਵ ਸਾਹਿਬ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਭ ਤੇ ਉਸੇ ਦਾ ਸਰੂਪ ਨੇ ਨਾ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਵਾਹਿਗੁਰੂ ਦੇ ਨਿਰਮਲ ਅਦਬ ਵਿੱਚ ਕੇ ਸਾਰੇ ਡਰ ਜਿਹੜੇ ਨੇ ਇੱਜ਼ਤ ਹੋ ਗਏ। ਹੁਣ ਫਿਰ ਧਿਆਨ ਦਿਆ, ਜੋ ਡਰ ਡਰੇ, ਜਿਹੜਾ ਨਿਰਮਲ ਅਦਬ ਹੈ, ਪਰਮਾਤਮਾ ਤੋਂ ਡਰਨ ਵਾਲੀ ਗੱਲ ਹੈ। ਜੇ ਮਨੁੱਖ ਉਹਦੇ ਤੋਂ ਫਿਰ ਡਰ ਲੱਗ ਪਵੇ, ਭਾਵ ਪਰਮਾਤਮਾ ਦਾ ਨਿਰਮਲ ਅਦਬ ਵਿਸਾਰਦਾ ਹੈ, ਤਾਂ ਫਿਰ ਡਰ ਲੱਗ ਗਿਆ, ਫਿਰ ਸਾਰੇ ਡਰ ਆ ਕੇ ਚੰਬੜ ਜਾਂਦੇ। ਤੇ ਜਦੋਂ ਫਿਰ ਕਿਆਸ ਆਵੇ ਵੀ ਮੈਂ ਤੇ ਗਲਤੀ ਕਰ ਬੈਠਾ, ਜਦੋਂ ਮੈਂ ਪਰਮਾਤਮਾ ਦੇ ਅਦਬ ਚ ਰਹਿੰਦਾ ਸਾਂ ਸਾਰੇ ਡਰ ਖਤਮ ਹੋ ਗਏ ਸਨ। ਜਦੋਂ ਮੈਂ ਪਰਮਾਤਮਾ ਦਾ ਅਦਬ ਵਿਸਾਰ ਦਿੱਤਾ ਸਾਰੇ ਡਰ ਆ ਕੇ ਮੈਨੂੰ ਚੁੱਪੜ ਗਏ। ਤੇ ਫੇਰ ਕਰਕੇ ਪਰਮਾਤਮਾ ਦਾ ਅਦਬ ਹਿਰਦੇ ਚ ਵਸਾਇਆ ਤੇ ਪਰਮਾਤਮਾ ਨਾਰਾਜ਼ ਨਹੀਂ ਹੁੰਦਾ, ਕਹਿੰਦਾ ਕੋਈ ਨਹੀਂ ਹੁਣ ਫਿਰ ਤੈਨੂੰ ਕੋਈ ਡਰ ਨਹੀਂ। ਜੋ डर डरे तो फिर डर लग गए, निडर हुआ दोबारा फिर डर धारण करके निडर हो गया। डर और हुए जेडे डर हिरदे विच सन भागे वो भज। असल विच होश विच जीण नाल होश विच जीण दा मतलब है गलती करन तो पहला इतिहास आ जाए भी इस गलती की पनिशमेंट भी मिल सकती, यदि सजा मिल सकती। जे मनुख इन्नी को क्यास कर लवे कि मैं कोई इदां दी मिस्टेक नहीं करनी जिहदी मैनूं जिहड़ा समाज विच निंदनी है, जिहड़ी चीज धर्म के दृष्टिकोण तो गलत है, जिहड़ी चीज लॉ एंड आर्डर की दृष्टि विच गलत है, मैं नहीं करनी, फिर उन्होंने डरन की लोड़ नहीं। डरता वो है जिहदे कोल पाप होते, फिर दोहराते हैं सो डर है जो पाप होता। धर्मी विकसित कवन सुकार जो निर्भव गई है, परमात्मा नूं अंदर वसा लै तो डर हो जाए। तुसीं वेखो छोटा जिहा बच्चा परमात्मा के नाम को हिरदे च वसा लिया, दुनिया सारी की ताकत इकट्ठी हो गई, डरान लग पई, डरा नहीं सकती। इनू प्रहलाद जिक्र है गुरु ग्रंथ साहब सच्चे पातशाह। हरनाकश ने अपनी सारी प्रजा को यह हुक्म दिता भी अज तो कोई भी परमात्मा का नाम नहीं जपे, क्योंकि परमात्मा है ही नहीं, मैं ही तुहाडा परमात्मा। पर फिर की करिए? आख लगा तुसी जपया करो जले हरनाकश, हले हरनाकश, इहा हरनाकश, उहा हरनाकश, बस हरनाकश ही हरनाकश।
ਕੁਝ ਲਾਲਚ ਵਸ ਜਪਣ ਲੱਗ ਪਏ, ਕੁਝ ਡਰਦੇ ਜਪਣ ਲੱਗ ਪਏ। ਪਰ ਵਾਹਿਗੁਰੂ ਨੇ ਵੀ ਆਪਣੀ ਕਲਾ ਵਰਤਾਣੀ ਸੀ ਨਾ। ਉਹਦੇ ਹੀ ਘਰ ਵਿੱਚ ਪੈਦਾ ਹੋਇਆ ਬੱਚਾ ਬਾਗੀ ਹੋ ਗਿਆ, ਮੈਂ ਨਹੀਂ ਜਪਣਾ, ਮੈਂ ਤੇ ਰਾਮ ਰਾਮ ਜਪਾਂ। ਅੱਖ ਲੱਗਾ ਬੜੀ ਹੱਲਕ ਵਾਲੀ ਗੱਲ ਹੈ। ਲੋਕ ਕਹਿਣਗੇ ਤੇਰਾ ਤੇ ਬੱਚਾ ਹੀ ਤੇਰੀ ਗੱਲ ਨਹੀਂ ਮੰਨਦਾ, ਤੂੰ ਲੋਕਾਂ ਨੂੰ ਡਰਾ ਕੇ ਆਪਣਾ ਨਾਮ ਛੁਪਾਣਾ। ਹੁਣ ਕਿਵੇਂ ਕਰੀਏ? ਵਜ਼ੀਰਾਂ ਨੇ ਆਖਿਆ ਮਹਾਰਾਜ 2 ਅਧਿਆਪਕ ਹਾਇਰ ਕਰ ਲਓ, ਔਰ ਅਧਿਆਪਕ ਇਹਨੂੰ ਸਮਝਾ ਬੁਝਾ ਕੇ ਠੀਕ ਕਰ ਦੇਣ। ਠੀਕ ਹੈ, 2 ਅਧਿਆਪਕ ਹਾਇਰ ਕੀਤੇ। ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਨਾਮ ਲਿਖਿਆ ਹੈ ਅਮਰਕਾ ਤੇ ਸੰਡਾ। ਉਹਨਾਂ ਨੂੰ ਹੈਂਡਓਵਰ ਕਰ ਦਿੱਤਾ, ਲੈ ਲਓ। ਔਰ ਮੇਰੇ ਸਾਹਮਣੇ ਉਦੋਂ ਲਿਆਉਣਾ ਜਦੋਂ ਹਰਨਾਕਸ਼ ਜਪਣਾ ਸ਼ੁਰੂ ਕਰ ਦੇ। ਕੁਝ ਦਿਨ ਲੰਘੇ ਤੇ ਦੋਵਾਂ ਅਧਿਆਪਕਾਂ ਨੇ ਸਲਾਹ ਕੀਤੀ ਵੀ ਇਹ ਬੱਚਾ ਤਾਂ ਸਾਡੀ ਗੱਲ ਮੰਨ ਨਹੀਂ ਰਿਹਾ, ਤੇ ਐਸਾ ਨਾ ਹੋਵੇ ਹਰਨਾਕਸ਼ ਸਾਨੂੰ ਪਨਿਸ਼ਮੈਂਟ ਦੇ। ਇਸ ਵਾਸਤੇ ਸਾਨੂੰ ਇਹ ਕਰਨਾ ਚਾਹੀਦਾ ਵੀ ਜਾ ਕੇ ਸਰੈਂਡਰ ਕਰ ਦੇਣਾ ਚਾਹੀਦਾ ਵੀ ਮਹਾਰਾਜ ਸਾਡੇ ਵਾਸਤੇ ਦੀ ਗੱਲ ਨਹੀਂ। ਦੋਵੇਂ ਪਹੁੰਚ ਗਏ ਦਰਬਾਰ ਵਿੱਚ। ਹਾਂ ਵੀ ਕਿਸ ਤਰ੍ਹਾਂ? ਪ੍ਰਹਿਲਾਦ ਜਿਹੜਾ ਉਹਨੇ ਰਾਮ ਰਾਮ ਜਪਣਾ ਛੱਡ ਦਿੱਤਾ, ਹਰਨਾਕਸ਼ ਜਪਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਮਹਾਰਾਜ ਨਹੀਂ, ਇਸੇ ਵਾਸਤੇ ਤੇ ਤੁਹਾਡੇ ਕੋਲ ਆਏ ਆ। ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਛ ਹਾਰੇ। ਅਸੀਂ ਇਹਨੂੰ ਸਮਝਾ ਕੇ ਖੱਪ ਲੱਥੇ ਆ, ਪਰ ਇਹ ਸਾਡੀ ਗੱਲ ਨਹੀਂ ਮੰਨਦਾ। ਇਹ ਨਹੀਂ ਰਾਮ ਰਾਮ ਪੜ੍ਹਦਾ, ਨਹੀਂ ਰਾਮ ਰਾਮ ਜਪਦਾ। ਕਹਿਣ ਲੱਗਾ ਕੀ ਕਰਦਾ ਫਿਰ? ਉਹ ਕਹਿਣ ਲੱਗੇ ਰਾਮ ਕਹੇ ਕਰ ਤਾਲ ਬਜਾਵੇ, ਚੱਕੀਆਂ ਸਭੇ ਬੁਲਾਵੇ। ਨਾਲੇ ਤਖਤੀ ਲੈ ਕੇ ਨਾ, ਤਖਤੀ ਉਹਨੂੰ ਵਜਾਉਂਦਾ ਬੜੇ ਤਾਲ ਵਿੱਚ, ਨਾਲੇ ਰਾਮ ਰਾਮ ਜਪਦਾ। ਐਸੀ ਸੁੰਦਰ ਲਹਿ ਵਿੱਚ ਜਪਦਾ ਹੈ, ਐਸੀ ਸੁੰਦਰ ਤਾਲ ਵਿੱਚ ਤਖਤੀ ਵਜਾਉਂਦਾ ਹੈ ਵੀ ਜਦੋਂ ਰਾਮ ਰਾਮ ਕਰਦਾ ਹੈ ਨਾ, ਤੇ ਬਾਕੀ ਸਾਰੇ ਕਲਾਸਮੇਟ ਵੀ ਰਾਮ ਰਾਮ ਕਰਦੇ। ਮਹਾਰਾਜ ਇਹਨੂੰ ਕੀ ਹਟਾਣਾ ਹੈ? ਇਹਨੇ ਤੇ ਸਾਰੇ ਸਕੂਲ ਨੂੰ ਰਾਮ ਰਾਮ ਜਪਣ ਲਾ ਦਿੱਤਾ। ਰਾਮ ਕਹੇ ਕਰ ਤਾਲ ਬਜਾਵੇ, ਚੱਕਿਆ ਸਟੂਡੈਂਟ ਸਭੇ ਵਿਗਾਰੇ। ਇਹਨੇ ਸਾਰੇ ਵਿਗਾੜ ਦਿੱਤੇ। संडा मरका जाए पुकारे, पढ़े नहीं हम ही पछहारे। राम कह कर ताल बजावे, चटिया सबे बिगारे। राम नामा जपो करे, हृदय हारजी को सिमरन करे। फिर आखन के महाराज असीं ते फरियाद करन आए आ, साडे ते गुस्से ना होना, साडे बस की गल नहीं। ए पकड़ो अपना बच्चा, सानू कोई वजीफा नहीं चाहिए, ये साडे बस की गल। हुण हरनाकश ने महाराणी को प्रहलाद की मां को सद्या। वेख भलिए मानसे सजा दी ते लुट जाएगी। अध्यापक भी सरेंडर कर गए, तेरा पुत्र एडा नलायक है, हुण इहनूं समझा ले। कहते ने प्रहलाद की मां प्रहलाद को जुदा कमरे में लै गई, खिड़कियां दरवाजे बंद कर दे। पुत्र बड़ा जालम है तेरा प्यो, अनगिनत लोगों को मौत के घाट उतार चुका है, बेगिरक है, मारन लगा, बिल्कुल भी इहनूं कोई तरस नहीं आता। इस करके मेरी बेनती है कि बेटा तू राम राम छड्ड के हरनाकश जपना शुरू कर। पर भगत नामदेव साहब ने जिक्र किया है, वो कहते हैं जो अध्यापक सरेंडर कर गए ना, हृदय हारजी को सिमरन करे। ते फिर पटरानी ने जाके बेनती की, पुत्र अगे बेनती, हाँ ते तेरी मां, पर मैं तेन हुक्म नहीं करती, बेनती करनी है। बेनती करे पटरानी। लिखा पूत प्रहलाद कहा नहीं माने, दिन तो और ठानी। मां का आख्या भी नहीं बनी। किसी जमाने भगत नामदेव साहब को जदों हुकूमत ने गिरफ्तार किया सी भी खुदा खुदा कहो फिर छड़ांगे, तो कह लगे नहीं कहना। भगत नामदेव साहब की मां को पता लगा, कह लगी बेटा तू कई बार तो घर खुदा खुदा कहना, अज भी कह दे। कहना मां मैं अपनी मौज में कहना, ये मैनू ईन मना रहे हैं, ये जबरदस्ती करा रहे थे, जबरदस्ती नहीं कहना।
ਤੇ ਜੇ ਤੂੰ ਮੈਨੂੰ ਇਹਨਾਂ ਦੀ ਗੱਲ ਮੰਨਣ ਲਈ ਕਹੇਂਗੀ ਨਾ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਤੇ ਨਾਮਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਨਾ ਹੋ ਤੇਰਾ ਪੁੱਤਰਾ, ਨਾ ਤੂੰ ਮੇਰੀ ਮਾਂ, ਜਾਂ ਫਿਰ ਅੱਜ ਤੋਂ ਮੈਂ ਤੇਰਾ ਪੁੱਤਰ ਨਹੀਂ ਤੇ ਤੂੰ ਮੇਰੀ ਮਾਂ ਨਹੀਂ। ਇਹਨੂੰ ਕਹਿੰਦੇ ਨੇ ਭਗਤਾਂ ਦੀ ਚਾਲ ਨਿਰਾਲੀ। ਉਹਨਾਂ ਨੂੰ ਸਤਿਕਾਰ ਨਾਲ ਅਸੀਂ ਜਿੱਦੀ ਨਹੀਂ ਕਹਿੰਦੇ, ਪਰ ਹਠੀ ਕਹਿੰਦੇ ਨੇ। ਉਹਨਾਂ ਦਾ ਹੱਠ ਹੁੰਦਾ, ਹੱਠ ਜਿੱਥੇ ਟਿਕ ਗਿਆ ਫਿਰ ਭਾਵੇਂ ਸ਼ੀਸ਼ ਕਲਮ ਹੋ ਜਾਏ, ਉਹ ਹੱਠ ਨਹੀਂ ਜਾਏ। ਇਸੇ ਕਰਕੇ ਅਸੀਂ ਕਹਿੰਦੇ ਹਾਂ, ਹੱਠੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਬਾਈ, ਵੇਖ ਕੇ ਅਨਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਉਹਦੇ ਵਿੱਚ ਹੱਡੀ ਵੀ ਆ ਜਾਂਦੇ ਨੇ ਜਿਨ੍ਹਾਂ ਨੇ ਹੱਠ ਕੀਤਾ। ਔਰ ਇਹ ਹੱਠ ਅਸੂਲਾਂ ਨੂੰ ਲੈ ਕੇ, ਨਾ ਹੱਠ ਨਹੀਂ ਵੀ ਦੋ ਜਣਿਆਂ ਦੀ ਠਣ ਗਈ ਹੈ ਔਰ ਇੱਕ ਸਮਝਦਾ ਵੀ ਅਸੂਲਨ ਮੈਂ ਠੀਕ ਆ, ਉਹ ਕਹਿੰਦਾ ਵੀ ਤੂੰ ਬਦਲ, ਉਹ ਕਹਿੰਦਾ ਨਹੀਂ ਅਸੂਲਨ ਮੈਂ ਠੀਕ ਆ, ਤੂੰ ਜੋ ਪਨਿਸ਼ਮੈਂਟ ਦੇਣਾ ਦੇ ਦੇ, ਮੈਂ ਨਹੀਂ ਟਲਦਾ। ਇਹਨੂੰ ਹੱਠ ਕਹਿੰਦੇ। ਜਿੱਤ ਤੇ ਗਲਤ ਚੀਜ਼ ਤੇ ਵੀ ਹੋ ਸਕਦੀ। ਹੁਣ ਮਾਂ ਵੀ ਸਰੈਂਡਰ ਕਰਦੀ। ਨਾਮ ਕਿਵੇਂ ਨਿਰਭੈ ਕਰਦਾ, ਮੈਂ ਬੇਨਤੀ ਕਰ ਰਿਹਾ। ਨਾਮ ਕਿਵੇਂ ਬਚਾਉਂਦਾ, ਮੈਂ ਬੇਨਤੀ ਕਰ ਰਿਹਾ। ਅਧਿਆਪਕ ਵੀ ਸਰੈਂਡਰ ਕਰ ਗਏ, ਮਾਂ ਵੀ ਸਰੈਂਡਰ ਕਰ ਗਈ। ਹੁਣ ਹਰਨਾਕਸ਼ ਨੇ ਕੀ ਕੀਤਾ, ਉਹਨੇ ਹੰਗਾਮੀ ਮੀਟਿੰਗ ਸੱਦੀ। ਜਦੋਂ ਪਟਰਾਣੀ ਸਰੈਂਡਰ ਕਰ ਗਈ ਨਾ, ਫਿਰ ਹੰਗਾਮੀ ਮੀਟਿੰਗ ਸੱਦੀ। ਉਸ ਮੀਟਿੰਗ ਵਿੱਚ ਇਹ ਪਾਸ ਹੋਇਆ, ਦੁਸ਼ਟ ਸਭਾ ਮਿਲ ਮੰਤਰ ਉਪਾਇਆ। ਦੁਸ਼ਟਾਂ ਦੀ ਸਭਾ ਨੇ ਮਤਾ ਪਾਸ ਕੀਤਾ। ਕਿਹਦੇ ਬਾਰੇ? ਪ੍ਰਹਿਲਾਦ ਬਾਰੇ। ਵੇਖੋ, ਮੁਸੀਬਤ ਵਿੱਚ ਨਾ ਸਭ ਤੋਂ ਪਹਿਲਾਂ ਮਾਨ ਆਪਣੇ ਤੇ ਹੁੰਦਾ। ਮੈਂ ਆਪਣੀ ਰੱਖਿਆ ਆਪ ਕਰਾਂ, ਮੈਂ ਮੁਕਾਬਲਾ ਕਰਾਂਗਾ। ਜੇ ਉਹ ਮੈਨੂੰ ਥੱਪੜ ਮਾਰੇਗਾ ਤੇ ਮੈਂ ਉਹਦਾ ਹੱਥ ਫੜ ਲਾਂਗਾ। ਸਿੰਪਲ ਜਿਹਾ ਮੈਥਡ। ਹੁਣ ਛੋਟਾ ਬੱਚਾ ਹੈ ਤੇ ਉਹ ਹੱਥ ਵੀ ਨਹੀਂ ਕਿਸੇ ਦਾ ਫੜ ਸਕਦਾ। ਦੂਜਾ ਮਾਨ ਹੁੰਦਾ ਮਾਂ ਪਿਓ ਤੇ, ਮਾਂ ਪਿਓ ਮੇਰੀ ਹਿਫਾਜ਼ਤ ਕਰੇਗਾ, ਤੇ ਪਿਓ ਹੀ ਮਾਰਨ ਤੇ ਤੁਲਿਆ ਤੇ ਹਿਫਾਜ਼ਤ ਕੌਣ ਕਰੇ? ਤੀਜਾ ਮਾਨ ਹੁੰਦਾ ਹੈ ਹਕੂਮਤ ਦਾ, ਤੇ ਹਕੂਮਤ ਵੀ ਪਿਓ ਕੋਲੇ, ਉਹ ਮਾਰਨ ਤੇ ਤੁਲਿਆ। ਹੁਣ ਬਚਿਆ ਕੀ? ਇੱਕ ਪਰਮਾਤਮਾ ਦਾ ਆਸਰਾ ਬਚਿਆ ਬਸ। ਪ੍ਰਹਿਲਾਦ ਕੋਲ 3 ਦਰਵਾਜ਼ੇ ਪ੍ਰਹਿਲਾਦ ਦੇ ਬੰਦ ਹੋ ਗਏ, ਚੌਥਾ ਦਰਵਾਜ਼ਾ ਬਚਿਆ। ਹੁਣ ਉਹ ਚੌਥਾ ਦਰਵਾਜ਼ਾ ਕੀ ਕਰਦਾ ਹੈ? ਜਰਾ ਸੁਰ ਤੇ ਜ਼ੋਰ ਦੇ ਕੇ ਸੁਣੋ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ। ਚਲੋ ਇਹਦੀ ਉਮਰ ਵੱਡੀ ਕਰ ਦਈਏ, ਭਾਵ ਇਹਦਾ ਫਾਹਾ ਵੱਟ ਦਈਏ। ਕਹਿ ਲਗੇ ਕਿਵੇਂ ਮਾਰੀਏ, ਕਿਵੇਂ? ਫਿਰ ਕਹਿ ਲਗੇ ਗੇਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਆਇਆ। ਅਕਲ ਨਾਲ ਮਾਰ ਦਿਓ, ਕਿਸੇ ਪਹਾੜ ਤੋਂ ਧੱਕਾ ਦੇ ਕੇ ਮਾਰ ਦਿਓ, ਅੱਗ ਸਾੜ ਕੇ ਮਾਰ ਦਿਓ, ਰੁੱਖ ਤੋਂ ਥੱਲੇ ਡੇਗ ਕੇ ਮਾਰ ਦਿਓ, ਪਾਣੀ ਚ ਡੋਬ ਕੇ ਮਾਰ ਦਿਓ, ਅੱਗ ਸਾੜ ਕੇ ਮਾਰ, ਜਿਵੇਂ ਮਰਦਾ ਹੈ ਮਾਰ ਦਿਓ, ਮਗਰੋਂ ਲਾਓ। ਪਰ ਕਹਿੰਦੇ ਨੇ ਜਿਸ ਵੇਲੇ ਪਹਾੜਾਂ ਦੀ ਚੋਟੀ ਤੇ ਲਿਜਾ ਕੇ ਪ੍ਰਹਿਲਾਦ ਨੂੰ ਧੱਕਾ ਦੇਣ, ਹੁਣ ਥੱਲੇ ਗ੍ਰੈਵਿਟੀ ਜਿਹੜੀ ਹੈ ਮਨੁੱਖ ਨੂੰ ਖਿੱਚਦੀ ਹੈ ਨਾ, ਗੁਰੂਤਵਾਕਰਸ਼ਣ ਸ਼ਕਤੀ ਜਿਹਨੂੰ ਕਹਿੰਦੇ। ਪੱਥਰ ਦਾ ਸੁਭਾਅ ਹੈ, ਉਹ ਤੋੜਦਾ, ਮਨੁੱਖੀ ਅੰਗਾਂ ਨੂੰ ਭੰਨਦਾ। ਪਰ ਜਦੋਂ ਪ੍ਰਹਿਲਾਦ ਡਿੱਗੇ ਤੇ ਇੰਜ ਜਿਵੇਂ ਵੱਡੀਆਂ ਵੱਡੀਆਂ ਪੰਡਾਂ ਰੂੰ ਦੀਆਂ ਪਿੰਜ ਕੇ ਸੁੱਟੀਆਂ। ਮਾਇਆ ਫੇਰੀ ਦੇ ਕੀ ਅਰਥ ਨੇ? ਮਾਇਆ ਨੇ ਆਪਣਾ ਸੁਭਾਅ ਬਦਲ ਲਿਆ। ਪੱਥਰ ਵੀ ਮਾਇਆ ਨੇ, ਰੁੱਖ ਵੀ ਮਾਇਆ, ਅੱਗ ਵੀ ਮਾਇਆ, ਪਾਣੀ ਵੀ ਮਾਇਆ, ਸਭ ਮਾਇਆ। ਜਿਸ ਤਰ੍ਹਾਂ ਸੰਸਾਰ ਸਭ ਮਾਇਆ ਦਾ। ਮਾਇਆ ਨੇ ਆਪਣਾ ਸੁਭਾਅ ਬਦਲ ਲਿਆ, ਪਰ ਭਾਵਨਾ ਹੋ। ਇਹਨੂੰ ਸਮਝਣ ਲਈ ਮੈਂ ਇੱਕ ਛੋਟੀ ਜਿਹੀ ਸਕਿੱਟ ਤੁਹਾਡੇ ਨਾਲ ਸਾਂਝੀ ਕਰਾਂ। ਸਨਾਤਨ ਮਤ ਦੇ ਇੱਕ ਪ੍ਰਚਾਰਕ ਹੋਏ ਨੇ ਕੁਮਾਰ ਭੱਟ, ਤੇ ਸ਼ੰਕਰਾਚਾਰੀਆ ਦੇ ਸਮਕਾਲੀ ਸਨ। ਅਸਲ ਮਤ ਸਨਾਤਨ ਹੀ ਹੈ, ਮਤ ਹਿੰਦੂ ਨਹੀਂ ਹੈ। ਜੁੜ ਗਿਆ, ਪ੍ਰਚਲਿਤ ਹੋ ਗਿਆ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਸਲ ਵਿੱਚ ਜਦੋਂ ਆਰੀਆ ਆਏ ਨਾ ਇੱਧਰੋਂ, ਜਿਹੜਾ ਹੁਣ ਵਾਲਾ ਪਾਕਿਸਤਾਨ ਹੈ, ਜਾਂ ਥੋੜੇ ਹੋਰ ਪਿੱਛੇ ਖੁਰਾਸਾਨ ਟਾਈਪ ਇੱਧਰ ਚਲੇ ਜੋ ਉਜ਼ਬੇਕਿਸਤਾਨ, ਔਰ ਇਹ ਜਿਹੜਾ ਏਰੀਆ ਹੈ ਅਫਗਾਨਿਸਤਾਨ, ਜਿਹੜਾ ਤੇ ਹਿੰਦੁਸਤਾਨ ਦਾ ਹਿੱਸਾ ਸੀ। तो जो सिंधु नदी ते आए ना, सिंधु नदी के आले दुआले बड़ी तगड़ी सभ्यता सी, बड़ी मतलब तरक्की वाला एरिया सी।
ਹੁਣ ਉਹਨਾਂ ਦੀ ਇੱਕ ਸਮੱਸਿਆ ਸੀ ਬਈ ਉਹਨਾਂ ਦੇ ਮੂੰਹ ਤੋਂ ਸੱਸਾ ਨਹੀਂ ਸੀ ਨਿਕਲਦਾ, ਸੱਸੇ ਦੀ ਥਾਂ ਤੇ ਹਾਹਾ ਨਿਕਲਦਾ ਸੀ। ਇਹਨਾਂ ਲੋਕਾਂ ਨੂੰ ਉਹ ਸਿੱਧੂ ਕਹਿ ਕੇ ਬੁਲਾਉਣਾ ਚਾਹੁੰਦੇ ਸਨ, ਪਰ ਉਹਨਾਂ ਦੇ ਮੂੰਹ ਚੋਂ ਨਿਕਲ ਜਾਂਦਾ ਸੀ ਹਿੰਦੂ। ਅਦਰਵਾਈਜ਼ ਚੌਂ ਵੇਦਾਂ ਵਿੱਚੋਂ, ਸਿਮਰਤੀਆਂ ਵਿੱਚੋਂ, ਪੁਰਾਣਾਂ ਵਿੱਚੋਂ, ਉਪਨਿਸ਼ਦਾਂ ਵਿੱਚੋਂ ਇੱਕ ਥਾਂ ਤੇ ਵੀ ਹਿੰਦੂ ਵਰਡ ਦੀ ਵਰਤੋਂ ਨਹੀਂ ਕੀਤੀ ਗਈ। ਸਨਾਤਨ ਮਤ, ਸਨਾਤਨ ਧਰਮ, ਸਨਾਤਨ ਮੀਨਸ ਪੁਰਾਣਾ। ਸਨਾਤਨ ਮਤ ਦੀ ਬੜੀ ਹੱਡੀ ਸੀ, ਬਹੁਤ ਧਰਮ ਬਹੁਤ ਜ਼ਿਆਦਾ ਹਿੰਦੁਸਤਾਨ ਫੈਲ ਗਿਆ ਸੀ। ਸ਼ੰਕਰਾਚਾਰਿਆ ਨੇ ਕੁਝ ਨੌਜਵਾਨਾਂ ਨੂੰ ਪ੍ਰੇਰਿਆ ਵੀ ਤਗੜੇ ਹੋ, ਆਪਣੇ ਧਰਮ ਦਾ ਪ੍ਰਚਾਰ ਕਰੋ, ਕੰਮ ਬਹੁਤ ਜ਼ਿਆਦਾ ਖਰਾਬ ਹੋ ਗਿਆ। ਕੁਮਾਰਲ ਭੱਟ ਬੜਾ ਵਿਦਵਾਨ ਸੀ ਔਰ ਬੜੀ ਹੁੱਬ ਸੀ ਉਹਦੇ, 5-6 ਹੈਲਪਰ ਪ੍ਰਚਾਰਕ ਵੀ ਨਾਲ ਰੱਖਦਾ ਸੀ। ਇੱਕ ਬੋਧੀ ਸਮਰਾਟ ਨੂੰ ਪਤਾ ਲੱਗਾ ਵੀ ਕੁਮਾਰਲ ਭੱਟ ਜਿੱਧਰੋਂ ਲੰਘਦਾ ਹੈ ਨਾ, ਬੋਧੀਜ਼ਮ ਦੀਆਂ ਸਫਾਂ ਇਕੱਠੀਆਂ ਕਰ ਦਿੰਦਾ, ਹਿੰਦੂਇਜ਼ਮ ਦੀਆਂ ਸਫਾਂ ਵਿਛਾ ਦਿੰਦਾ। ਉਹਦੇ ਕਦਮਾਂ 'ਚ ਕ੍ਰਾਂਤੀ ਹੈ। ਉਹਦੀ ਤਰਜੇ ਬਿਆਨੀ ਵਿੱਚ ਇੰਨਾ ਅਸਰ ਹੈ ਵੀ ਉਹਦੀਆਂ 2-3 ਤਕਰੀਰਾਂ ਕੋਈ ਸੁਣ ਲੈ ਤੇ ਉਹਦੇ ਤੋਂ ਪ੍ਰਭਾਵਿਤ ਹੋ ਜਾਂਦਾ। ਉਹਨੇ ਹੁਕਮ ਕੀਤਾ ਵੀ ਕੁਮਾਰਲ ਭੱਟ ਨੂੰ ਗ੍ਰਿਫਤਾਰ ਕਰਕੇ ਲਿਆ। ਕੁਮਾਰਲ ਭੱਟ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਸਾਹਮਣੇ ਸ਼ਰਤ ਰੱਖੀ ਗਈ ਬਈ ਤੂੰ ਸਨਾਤਨ ਮਤ ਦਾ ਪ੍ਰਚਾਰ ਕਰਨ ਦੀ ਬਜਾਏ ਬੌਧ ਮਤ ਦਾ ਪ੍ਰਚਾਰ ਕਰੇਗਾ, ਜੇ ਤੇ ਤੈਨੂੰ ਮਨਜ਼ੂਰ ਹੈ ਤੇ ਠੀਕ ਹੈ, ਨਹੀਂ ਤੇ ਮੌਤ ਦੀ ਸਜ਼ਾ। ਉਹਨੇ ਕਿਹਾ ਜੀ ਮੌਤ ਦੀ ਸਜ਼ਾ ਦੇ ਦਿਓ, ਮੈਂ ਆਪਣਾ ਧਰਮ ਛੱਡ ਕੇ ਦੂਜੇ ਧਰਮ ਦਾ ਪ੍ਰਚਾਰ ਕਿਵੇਂ ਕਰ ਸਕਦਾ। ਹੁਕਮ ਹੋਇਆ ਵੀ ਇਹਨੂੰ ਪਹਾੜ ਤੇ ਲੈ ਜਾਓ ਔਰ ਦੋਵੇਂ ਹੱਥ ਪਿਛਲੇ ਪਾਸੇ ਬੰਨ ਕੇ ਉੱਥੋਂ ਧੱਕਾ ਦੇ ਦਿਓ, ਥੱਲੇ ਆਉਂਦਾ ਆਪੇ ਮਰ ਗਿਆ। ਕਥਾ ਕਹਿੰਦੀ ਹੈ ਵੀ ਕੁਮਾਰਲ ਭੱਟ ਨੂੰ ਬਹੁਤ ਵੱਡੇ ਪਹਾੜ ਦੇ ਉੱਤੇ ਲੈ ਗਏ, ਨਾਲ ਹੈਲਪਰ ਪ੍ਰਚਾਰਕ ਸਨ। ਸਿਪਾਹੀਆਂ ਨੇ ਪਿਛਲੇ ਪਾਸੇ ਹੱਥ ਬੰਨੇ, ਧੱਕਾ ਦੇਣ ਲੱਗੇ, ਕਹਿਣ ਲੱਗਾ ਠਹਿਰੋ, ਮੈਂ ਆਪਣੇ ਸਾਥੀਆਂ ਨਾਲ ਇੱਕ ਗੱਲ ਕਰਨੀ। ਆਖਣ ਲੱਗੇ ਕਰੋ। ਸਾਥੀਆਂ ਨੂੰ ਕੁਮਾਰਲ ਭੱਟ ਕਹਿਣ ਲੱਗਾ ਵੀਰੋ, ਮੈਥੋਂ ਜਿੰਨਾ ਬਣਦਾ ਸਰਦਾ ਸੀ ਮੈਂ ਆਪਣੇ ਧਰਮ ਦਾ ਪ੍ਰਚਾਰ ਕੀਤਾ ਹੈ, ਹੁਣ ਇਹ ਵਾਗਡੋਰ ਤੁਹਾਡੇ ਹੱਥ 'ਚ ਹੈ, ਢਿੱਲੇ ਨਾ ਪਿਓ। ਹੁੱਬ ਨਾਲ ਸਪਿਰਿਟ ਜਿਹਨੂੰ ਕਹਿੰਦੇ ਹੋ, ਆਪਣੇ ਧਰਮ ਦਾ ਪ੍ਰਚਾਰ ਕਰਿਓ। ਧਰਮ ਬਿਲਕੁਲ ਨੁੱਕਰ ਦੇ ਕਿਨਾਰੇ ਤੇ ਹੈ, ਮੈਨੂੰ ਰੱਬ ਆਸਰੇ ਛੱਡ ਦਿਓ। ਆ ਬੜੀ ਧਿਆਨ ਦੇ ਕੇ ਸੁਣਨ ਵਾਲੀ, ਮੈਨੂੰ ਰੱਬ ਆਸਰੇ ਛੱਡ ਦਿਓ, ਜੇ ਰੱਬ ਹੋਵੇਗਾ ਤੇ ਆਪੇ ਮੈਨੂੰ ਬਚਾ ਲੈ। ਉਹਨਾਂ ਧੱਕਾ ਦਿੱਤਾ, ਹੈਲਪਰ ਪ੍ਰਚਾਰਕ ਤੇ ਸਿਪਾਹੀ ਇੱਧਰ ਆ ਗਏ। ਜਦੋਂ ਪਹਾੜ ਦੀ ਪਾਇਲ ਦੇ ਨਾਲ ਕਈ ਮੀਲ ਸਫ਼ਰ ਕਰਕੇ ਉੱਤੋਂ ਦੀ ਦੂਜੇ ਪਾਸੇ ਆਏ ਤੇ ਪਹਾੜ ਦੇ ਥੱਲੇ ਵਾਲੇ ਪਾਸੇ ਕਿਸੇ ਦੇ ਕਰਾਹਟ ਦੀ ਆਵਾਜ਼ ਆ ਰਹੀ ਸੀ। ਇਹਨਾਂ ਨੇ ਦੌੜ ਕੇ ਵੇਖਿਆ ਵੀ ਕੌਣ ਹੈ। ਜ਼ਖਮੀ ਹਾਲਤ ਵਿੱਚ ਤੱਕਿਆ ਤੇ ਪਤਾ ਲੱਗਾ ਵੀ ਇਹ ਤੇ ਕੁਮਾਰਲ ਭੱਟ ਹੈ ਔਰ ਜਿਉਂਦਾ। ਕੁਮਾਰਲ ਭੱਟ ਨੂੰ ਅਡੋਰ ਚੋਰੀ ਚੁੱਕ ਕੇ ਲੈ ਗਏ, ਉਹਦਾ ਇਲਾਜ ਕੀਤਾ, ਉਹ ਠੀਕ ਹੋ ਗਿਆ, ਪਰ ਉਹਦੀ ਇੱਕ ਅੱਖ ਜਿਹੜੀ ਸੀ ਉਹ ਬਿਲਕੁਲ ਨਿਕਲ ਗਈ। ਕੁਮਾਰਲ ਭੱਟ ਸਾਥੀਆਂ ਨੂੰ ਕਹਿਣ ਲੱਗਾ ਮਿੱਤਰੋ, ਮੈਂ ਬਚ ਗਿਆ, ਬਚਣ ਦੀ ਉਮੀਦ ਕੋਈ ਨਹੀਂ ਸੀ, ਪਰ ਮੇਰੀ ਇੱਕ ਅੱਖ ਨਿਕਲ ਗਈ ਹੈ। ਤੁਹਾਨੂੰ ਪਤਾ ਕਿਉਂ ਨਿਕਲ ਗਈ? ਮੇਰੀ ਇੱਕ ਅੱਖ ਦਾ ਨੁਕਸਾਨ ਹੋਇਆ, ਹੋਰ ਕੋਈ ਨੁਕਸਾਨ ਨਹੀਂ ਹੋਇਆ। ਉਹ ਕਹਿਣ ਲੱਗੇ ਜੀ ਕੋਈ ਪੱਥਰ ਵੱਜਾ ਹੋਵੇਗਾ। ਉਹ ਕਹਿੰਦਾ ਪੱਥਰ ਤੇ ਮੇਰੇ ਸਾਰੇ ਸਰੀਰ ਤੇ ਵੱਜੇ ਨੇ, ਬੇਰ ਦੇ ਉੱਤੇ ਪੱਥਰ ਵੱਜੇ। ਜੇ ਤੁਸੀਂ ਫੀਤਾ ਲੈ ਕੇ ਢਲਾਨ ਨੂੰ ਮਾਪੋ ਤੇ 4-5 ਮੀਲ ਢਲਾਨ ਹੈ ਪਹਾੜ ਦੀ, ਇੱਕ ਪੱਥਰ ਥੋੜਾ ਵੱਜਾ, ਬੜੇ ਵੱਜੇ। ਆ ਕੀ ਕਿਉਂ ਨਿਕਲੀ? ਕਹਿ ਲੱਗੇ ਜੀ ਫਿਰ ਤੁਸੀਂ ਦੱਸੋ। ਆਖ ਲੱਗੇ ਮੇਰੇ ਤੋਂ ਇੱਕ ਗਲਤੀ ਹੋ ਗਈ ਸੀ। ਕੀ? ਤੁਹਾਡੇ ਤੋਂ ਅਲਵਿਦਾ ਲੈਣ ਲੱਗਿਆ ਮੇਰੇ ਮੂੰਹ ਚੋਂ ਇੱਕ ਗੱਲ ਨਿਕਲ ਗਈ ਸੀ, ਜਾਓ ਆਪਣਾ ਕੰਮ ਕਰੋ, ਮੈਨੂੰ ਰੱਬ ਆਸਰੇ ਛੱਡ ਦਿਓ। ਇੱਥੋਂ ਤੱਕ ਤੇ ਠੀਕ ਸੀ, ਔਰ ਅਗਲੀ ਮੈਂ ਗਲਤੀ ਕਰ ਗਿਆ। ਜੇ ਰੱਬ ਹੋਵੇਗਾ ਤੇ ਮੈਨੂੰ ਜੇ ਸ਼ਬਦ ਨਹੀਂ ਸੀ ਵਰਤਣਾ, ਉਹਦੇ ਵਿੱਚ ਸੰਸਾਰ ਆ ਗਿਆ। ਹੁਣ ਪ੍ਰਹਿਲਾਦ ਕੋਲ ਜੇ ਕੋਈ ਨਹੀਂ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ। ਫਿਰ ਗਿਰ ਪਹਾੜ, ਤਰ ਦਰਖਤ, ਜਲ ਪਾਣੀ, ਜਵਾਲਾ ਅਗਨੀ। ਉੱਚੇ ਉੱਚੇ ਪਹਾੜਾਂ ਤੋਂ ਪ੍ਰਹਿਲਾਦ ਨੂੰ ਸੁੱਟਿਆ, ਵੱਡੇ ਵੱਡੇ ਦਰਖਤਾਂ ਦੀ ਟੀਸੀ ਤੇ ਲਿਜਾ ਕੇ ਥੱਲੇ ਸਿੱਟਿਆ, ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ,
ਭੂਆ ਹੋਲਕਾ ਨੂੰ ਵਰ ਸੀ ਵੀ ਤੈਨੂੰ ਅੱਗ ਨਹੀਂ ਸਾੜ ਸਕਦੀ। ਉਹ ਕਹਿਣ ਲੱਗੀ ਅੱਗ ਦਾ ਵੱਡਾ ਵਾਲਾ ਪਾਪੜ ਬਚਾ ਦਿਓ, ਮੈਂ ਝੋਲੀ 'ਚ ਲੈ ਕੇ ਬਹਿ ਜਾਗੀ, ਮੈਂ ਤੇ ਸੜਨਾ ਕੋਈ ਨਹੀਂ, ਪ੍ਰਹਲਾਦ ਸਮਝੇ। ਪ੍ਰਹਲਾਦ ਦੀ ਭੂਆ ਹੋਲਕਾ ਵੀ ਆਪਣੇ ਭਰਾ ਹਰਨਾਕਸ਼ ਦੇ ਨਾਲ ਸੀ, ਭਤੀਜੇ ਨਾਲ ਤੇ ਨਹੀਂ ਸੀ ਨਾ। ਸੱਚ ਦੇ ਨਾਲ ਕੌਣ ਖਲੋਂਦਾ? ਸੱਚ ਨਾਲ ਮਾਰ ਪੈਂਦੀ ਹੈ, ਸੱਚ ਨਾਲ ਤਕਲੀਫਾਂ ਝੱਲਣੀਆਂ ਪੈਂਦੀਆਂ, ਝੂਠ ਨਾਲ ਤੇ ਮੌਜਾਂ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਤੇ ਬਚਨ ਕੀਤਾ ਨਾ ਆਸਾ ਕੀ ਵਾਰ 'ਚ, ਮਹਾਰਾਜ ਕਹਿੰਦੇ ਆ ਕਲਯੁਗ ਵਿੱਚ ਜਿਨ੍ਹਾਂ ਦੇ ਰੱਥ ਦੌੜਦੇ ਨੇ, ਤੁਹਾਨੂੰ ਪਤਾ ਹੈ ਰੱਥ ਕਾਹਦੇ ਨੇ ਤੇ ਇਹ ਕਿਹੜੇ ਘੋੜੇ ਖਿੱਚਦੇ ਨੇ? ਨਹੀਂ ਮਹਾਰਾਜ ਸਾਨੂੰ ਤਾਂ ਨਹੀਂ ਪਤਾ। ਹਜ਼ੂਰ ਕਹਿਣ ਲੱਗੇ ਕਲਯੁਗ ਰੱਥ ਅਗਨ ਕਾ ਕੂੜ ਅਗੈ ਰਖਵਾਓ। ਇਹ ਅੱਗ ਦਾ ਰੱਥ ਹੈ ਤੇ ਝੂਠ ਰੂਪੀ ਘੋੜੇ ਅੱਗੇ ਝੁੱਬੇ ਨੇ। ਜਿਹੜਾ ਜਿੰਨਾ ਜ਼ਿਆਦਾ ਝੂਠ ਬੋਲਦਾ ਉਹਦੀ ਤੂਤੀ ਓਨੀ ਜ਼ਿਆਦਾ ਬੋਲਦੀ ਹੈ, ਜ਼ਿਆਦਾ ਚੜਾਈ ਹੁੰਦੀ ਹੈ। ਪਰ ਇਹ ਥੋੜੇ ਸਮੇਂ ਦੀ ਓੜਕ ਸੱਚ ਰਹੀ, ਓੜਕ ਸੱਚ ਹੀ ਜਿੱਤਦਾ। ਔਰ ਸੱਚ ਨਾ ਵੀ ਜਿੱਤੇ ਤੇ ਉਹਨੂੰ ਲੁਤਫ ਹਾਰ ਵਿੱਚੋਂ ਵੀ ਜਿੱਤ ਨਾਲੋਂ ਜ਼ਿਆਦਾ, ਇਹ ਵੀ ਗੱਲ ਸੱਚ ਹਾਰ ਵੀ ਜਾਏਗਾ ਤੇ ਉਹਨੂੰ ਅੰਦਰੋਂ ਲਜ਼ਤ, ਅੰਦਰੋਂ ਲੁਤਫ, ਅੰਦਰੋਂ ਆਨੰਦ, ਜਿੱਤਣ ਵਾਲੇ ਨਾਲੋਂ ਹਾਰ ਦਾ ਵੀ ਉਹਨੂੰ ਆਨੰਦ ਜਾਂਦਾ, ਕਿਉਂ? ਉਹਦੇ ਕੋਲ ਸੱਚ ਹੁੰਦਾ। ਗਿਰ ਤਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਆਇਆ ਫੇਰੀ। ਵਾਹਿਗੁਰੂ ਨੇ ਸਾਰੀ ਚੀਜ਼ਾਂ ਦਾ ਸੁਭਾਅ ਬਦਲ ਦਿੱਤਾ, ਅੱਗ ਦਾ ਸੁਭਾਅ ਬਦਲ ਦਿੱਤਾ। ਅੱਗ ਸਾੜਦੀ ਏ, ਪ੍ਰਹਲਾਦ ਨਹੀਂ ਸੜਿਆ। ਪਾਣੀ ਡੋਬਦਾ, ਪ੍ਰਹਲਾਦ ਨਹੀਂ ਡੁੱਬਾ। ਗ੍ਰੈਵਿਟੀ ਖਿੱਚਦੀ ਏ, ਪ੍ਰਹਲਾਦ ਅੰਤ ਤਰਦਾ ਆਇਆ ਜਿਵੇਂ ਹਵਾ ਦੇ ਵਿੱਚ ਪੰਛੀ ਕਰਦੇ, ਬਚ ਗਿਆ। ਮਹਾਰਾਜ ਬੜੇ ਕੋਸ਼ਿਸ਼ ਕੀਤੀ ਹੈ, ਪ੍ਰਹਲਾਦ ਨਹੀਂ ਮਰ ਸਕਿਆ। ਇੱਕ ਦਿਨ ਆਪਣੇ ਮਹੱਲਾ ਦੇ ਵਿੱਚ ਪਿਓ ਪੁੱਤਰਾਂ ਦਾ ਸਾਹਮਣਾ ਹੋ ਗਿਆ। ਇਧਰੋਂ ਛੋਟਾ ਜਿਹਾ ਬੱਚਾ ਨੰਨਾ ਜਿਹਾ, ਸਾਹਮਣੇ ਪਿਓ ਹਰਨਾਕਸ਼ ਆ ਰਿਹਾ, ਵੇਖ ਕੇ ਗੁੱਸਾ ਚੜ ਗਿਆ। ਕਾੜ ਖੜਕ ਸਰ ਕਰਦੀ ਆਪਣੀ ਤਲਵਾਰ ਮਿਆਨ ਚੋਂ ਬਾਹਰ ਕੱਢੀ। ਕਾਲ ਭੈ ਕੋਪਿਓ ਗਰਜਿਆ ਮੌਤ ਪਾਨੂੰ ਤੇ ਕਹਿਣ ਲੱਗਾ ਕੋਈ ਬਤਾਓ ਜੋ ਕੋਈ ਹੈ। ਸਭ ਆਪਣੇ ਪ੍ਰਮਾਤਮਾ ਰਾਮ 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 ਸਿਆਪਾ ਪਾਇਆ। ਅੱਜ ਦੇਖਣਾ ਮੈਂ ਤੇਰੇ ਰਾਮ ਨੂੰ ਸਾਧੋ ਨੂੰ, ਮੈਂ ਦੇਖਣਾ ਕਿਵੇਂ ਬਚਾਏਗਾ ਤੇ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਾੜ ਖੜਗ ਕਾਲ ਭੈ ਕੋਪਿਓ, ਬੜਾ ਭੈ ਭੀਤ ਕਰਨ ਵਾਲਾ ਦ੍ਰਿਸ਼ ਨੇ ਸਿਰ 'ਚ ਦਿੱਤਾ। ਮੋਏ ਬਤਾਓ ਜੋ ਤੋਰਾ ਸਾਧੋ ਨੂੰ, ਜਿਹੜਾ ਤੈਨੂੰ ਅੱਜ ਮੇਰੀ ਗੁੱਸੇ ਤੋਂ ਬਚਾ ਸਕੇ। ਅੱਗੇ ਲਿਖਿਆ ਪੀਤ ਪਿਤੰਬਰ ਕਿਰਪਾਵਨ ਤਨੀ ਥੰਬ ਮਾਹੇ ਹੱਥ। ਉਹ ਨਿਰਗੁਣ ਹੈ, ਉਹ ਨਿਰਾਕਾਰ ਹੈ, ਪਰ ਕਦੀ ਕਦੀ ਆਪਣੇ ਦੀ ਲਾਜ ਰੱਖਣ ਲਈ ਆਕਾਰ ਵੀ ਧਾਰਨ ਕਰਦਾ। ਉਹ ਸੂਖਸ਼ਮ ਹੈ, ਉਹ ਅਦ੍ਰਿਸ਼ ਹੈ, ਪਰ ਕਦੀ ਕਦੀ ਉਹਨੂੰ ਦਿਸਣਾ ਪੈਂਦਾ। ਉਹਨੇ ਨਰਸਿੰਘ ਰੂਪ ਧਾਰਨ ਕਰਕੇ ਹਾਜ਼ਰ ਹੋ। ਉੱਪਰਲਾ ਧੜ ਸਿੰਘ ਦਾ, ਸ਼ੇਰ ਦਾ, ਥੱਲੜਾ ਧੜ ਨਰ ਦਾ। ਇਹ ਪਕੜ ਲਿਆ ਜਿਵੇਂ ਵਾਲੀਬਾਲ ਨੂੰ ਪਲੇਅਰ ਪਕੜ ਕੇ ਉਠਾਉਂਦਾ ਨਾ, ਇਹ ਹਲਕਾ ਜਿਹਾ ਪਕੜ ਲਿਆ। ਹਰਨਾਕਸ਼ ਲੈ ਗਿਆ ਗੁਰੂਆਂ ਵਿੱਚ ਔਰ ਬੈਠ ਗਿਆ ਵੀਰ ਆਸਨ ਕਰਕੇ, ਰੱਖ ਲਿਆ ਜਾਂਘਾਂ ਦੇ ਉੱਤੇ। ਕਹਿਣ ਲੱਗਾ ਵੇਖ ਹਰਨਾਕਸ਼, ਤੂੰ ਭਗਤੀ ਕੀਤੀ ਸੀ, ਤੂੰ ਕਿਹਾ ਸੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ। ਤੂੰ ਕਿਹਾ ਸੀ ਨਾ ਦਿਨੇ ਮਰਾਂ ਨਾ ਰਾਤ ਮਰਾਂ, ਦੇਖ ਸੂਰਜ ਵੱਲ ਅੱਧੀ ਟਿੱਕੀ ਅਲੋਪ ਹੈ, ਅੱਧੀ ਟਿੱਕੀ ਦਿਸ ਰਹੀ ਹੈ। ਤੂੰ ਕਿਹਾ ਸੀ ਨਾ ਅਸਤਰ ਨਾਲ ਮਰਾਂ ਨਾ ਸ਼ਸਤਰ ਨਾਲ, ਮੇਰੇ ਕੋਲ ਕੋਈ ਅਸਤਰ ਸ਼ਸਤਰ ਨਹੀਂ। ਤੂੰ ਕਿਹਾ ਸੀ ਨਾ ਜਾਨਵਰ ਮਾਰੇ ਨਾ ਮਨੁੱਖ ਮਾਰੇ, ਦੇਖ ਨਾ ਮੈਂ ਪੂਰਾ ਜਾਨਵਰ ਹਾਂ ਨਾ ਮੈਂ ਪੂਰਾ ਮਨੁੱਖ ਹਾਂ। ਹਰਨਾਕਸ਼ ਜਿਨ ਨਖੇ ਬਿਲਾਰਿਓ, ਨੌਵਾਂ ਨਾਲ ਛਾਤੀ ਪਾੜ ਦਿੱਤੀ। ਸੁਰ ਨਰ ਕੀਏ ਸਨਾਥਾ ਕਹਿ ਨਾਮ ਦਿਓ। ਇਹ ਨਿਚੋੜ ਜੇ ਅਖੀਰਲੀ ਪੰਕਤੀ ਚ ਕਹਿ ਨਾਮ ਦਿਓ। ਹਮ ਨਰ ਹਰ ਧਿਆਨ ਹੈ, ਕਿਉਂ ਧਿਆਨ ਹੈ ਜੀ? ਰਾਮ ਅਭੈ ਪਦ ਦਾਤਾ, ਉਹ ਨਿਰਭੈਤਾ ਦੀ ਦਾਤ ਦਿੰਦਾ। ਉਹ ਹਿਰਦੇ ਵਿੱਚ ਨਿਰਭੈਤਾ ਵਸਾ ਦਿੰਦਾ। ਜੋ ਡਰ ਡਰੇ ਤਾਂ ਫਿਰ ਡਰ ਲੱਗ ਹੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਨਿਰਭਉ ਜਪੈ ਸਗਲ ਭਉ ਮਿਟੈ। ਇਹ ਹੈ ਤਰੀਕਾ ਨਿਰਭੈਤਾ ਪ੍ਰਾਪਤ ਕਰਨ। ਪ੍ਰਹਿਲਾਦ ਨੂੰ ਤੇ ਬਚਾ ਲਿਆ ਨਾ। ਸਾਡੀ ਹਿਸਟਰੀ ਵਿੱਚ ਇਸ ਤਰ੍ਹਾਂ ਦੇ ਅਨੰਤ ਸ਼ਹੀਦ ਨੇ ਜਿਨ੍ਹਾਂ ਨੂੰ ਬਚਾਇਆ ਵੀ ਨਹੀਂ, ਉਹਨਾਂ ਨੇ ਮੌਤ ਨੂੰ ਘੁੱਟ ਕੇ ਗਲੇ ਲਾ ਦਿੱਤਾ, ਹੱਸਦੇ ਹੱਸਦੇ ਗਲੇ ਲਾ। ਗੁੱਟ ਤੇ ਕਾਪਾ ਮਾਰਨ ਲੱਗਾ ਜਲਾਦ, ਤੇ ਭਾਈ ਮਨੀ ਸਿੰਘ ਕਹਿੰਦੇ ਨੇ ਕੋਟੇ ਤੇ ਮਾਰ, ਤੇਰੇ ਹੱਥ ਨੇ ਬੰਦ ਕੱਟਣ ਲਈ ਕਿਹਾ। ਇਹ ਕੋਈ ਅੰਗਰੇਜ਼ੀ ਦਾ ਨਾਵਲ ਨਹੀਂ, ਨਾ ਹੀ ਕੋਈ ਕਾਲਪਨਿਕ ਕਪੋਲ ਕਥਾ। ਇਹ ਤੇ ਜੇ ਕੱਲ ਦੀਆਂ ਗੱਲਾਂ ਨੇ,
ਵੀ ਲਾਹੌਰ ਦੇ ਨਖਾਸ ਚੌਂਕ ਵਿੱਚ ਲੋਕੀ ਕੋਠਿਆਂ ਦੀਆਂ ਛੱਤਾਂ ਤੇ ਬੈਠ ਕੇ ਦੇਖ ਰਹੇ ਸਨ ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ। ਸਤਿਗੁਰੂ ਕਿਰਪਾ ਕਰ ਰਹੇ ਨੇ। ਕਵਨ ਸੋ ਘਰ ਜੋ ਨਿਰਭਉ ਕਹੀਐ, ਭਉ ਭੱਜ ਜਾਏ ਅਭੈ ਹੋਏ ਰਹੀਐ, ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਝਾਏ। ਜੇ ਕੋਈ ਮਨੁੱਖ ਪਾਣੀ ਦੇ ਤੱਟ ਦੇ ਉੱਤੇ, ਪਾਣੀ ਦੇ ਕਿਨਾਰੇ ਦੇ ਉੱਤੇ, ਤੀਰਥ ਦੇ ਉੱਤੇ ਵੀ ਚਲਾ ਜਾਏ, ਨਿਰਭੈਤਾ ਦੀ ਦਾਤ ਤੀਰਥ ਤੇ ਜਾ ਕੇ ਵੀ ਪ੍ਰਾਪਤ ਨਹੀਂ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੈ ਨਿਰਮਲ ਨੀਰ, ਬੇਨਾਰ ਭਗਤ ਨਾ ਮੁਕਤ ਹੋਏ, ਇਹੋ ਕਹਿ ਰਿਹਾ ਕਬੀਰ। ਗੰਗਾ ਦੇ ਕਿਨਾਰੇ ਤੇ ਘਰ ਬਣਾਉਣ ਨਾਲ ਵੀ ਨਿਰਭੈਤਾ ਦੀ ਦਾਤ ਪ੍ਰਾਪਤ ਨਹੀਂ। ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ, ਚੱਚੇ ਕੰਨਾ ਰਾਰਾ ਚਾਰ। ਹੁਣ ਇਹ ਜਿਹੜਾ ਚਾਰ ਸ਼ਬਦ ਹੈ, ਇਹਦਾ ਰਾਰਾ ਮੁਕਤ ਹੈ। ਇਹ ਧਿਆਨ ਦੇਣਾ, ਜੇ ਚਾਰ ਦੇ ਰਾਰੇ ਨੂੰ ਹੁਸ਼ਿਆਰੀ ਆ ਜਾਏ ਕਿਤੇ ਵੀ, ਗੁਰੂ ਗ੍ਰੰਥ ਸਾਹਿਬ ਸਾਰੇ ਦੇ ਵਿੱਚ ਅੱਖਾਂ ਮੀਟ ਕੇ ਉਹਦੇ ਅਰਥ ਕਰ ਦਿਓ ਫੌਰ, 3 ਤੋਂ ਬਾਅਦ ਤੇ 5 ਤੋਂ ਪਹਿਲਾਂ, ਕਿਤੇ ਵੀ 1 ਤੋਂ 1430 ਪੰਨੇ ਤੱਕ ਚਾਰ ਆ ਜਾਏ ਲਿਖਿਆ, ਔਰ ਉਹ ਰਾਰੇ ਨੂੰ ਹੁਸ਼ਿਆਰੀ ਪੈ ਜਾਏ, ਉਹਦੇ ਅਰਥ ਇੱਕੋ ਹੀ ਨੇ, ਗਿਣਤੀ ਦੇ ਚਾਰ, ਹਿੰਸੇ ਦਾ ਚਾਰ, ਪਰ ਇੱਥੇ ਚਾਰ ਮੁਕਤ ਹੈ। ਗਾਵੇ ਉਹ ਗੁਣ ਵਡਿਆਈਆਂ ਚਾਰ, ਉੱਥੇ ਵੀ ਸਪੈਲਿੰਗ ਹੈ, ਸੋਹਣੀਆਂ ਵਡਿਆਈਆਂ ਤੇਰੀਆਂ ਗੁਜ਼ਾਰੇ। ਇੱਥੇ ਵੀ ਚਾਰ ਦੇ ਅਰਥ ਗੁਣ ਨੇ, ਪੋਜ਼ਿਟਿਵ ਉਹਦੇ ਚ ਲੈ। ਚਾਰ ਅਚਾਰ ਰਹੇ ਉਰਜਾ। ਕੁਝ ਲੋਕ ਇਸ ਕੰਮ 'ਚ ਹੀ ਲੱਗੇ ਨੇ ਵੀ ਆਹ ਕੰਮ ਚੰਗਾ ਹੈ ਤੇ ਆਹ ਕੰਮ ਮਾੜਾ। ਪਾਪ ਪੁੰਨ ਵਿੱਚ ਹੀ ਪ੍ਰਵਿਰਤ ਨੇ। ਕੱਲੇ ਪਾਪ ਪੁੰਨ ਵਿੱਚ ਪ੍ਰਵਿਰਤ ਹੋਣ ਨਾਲ ਅੰਦਰੋਂ ਨਿਰਭੈਤਾ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਪਾਪ ਪੁੰਨ ਤੱਕ ਹੀ ਸੀਮਿਤ ਹੋ ਜਾਣਾ, ਇਹਦੇ ਨਾਲ ਵੀ ਨਿਰਭੈਤਾ ਨਹੀਂ ਮਿਲਦੀ। ਕਿਉਂਕਿ ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣ। ਪਾਪ ਪੁੰਨ ਇੱਕੋ ਹੀ ਨੇ, ਇਹ ਦੋਵੇਂ ਵਾਸ਼ਨਾ ਵੱਲ ਜਾਂਦੇ ਨੇ। ਪੁੰਨ ਕਰਕੇ ਵੀ ਹੰਕਾਰ ਹੁੰਦਾ, ਪਾਪ ਕਰਕੇ ਅੰਦਰ ਭੈ ਪੈਦਾ ਹੁੰਦਾ। ਇਹਨਾਂ ਦੋਵਾਂ 'ਚ ਬਹੁਤ ਜ਼ਿਆਦਾ ਫਰਕ ਨਹੀਂ ਹੈ। ਦੇਖੋ, ਹੱਥਕੜੀ ਕਿਸੇ ਨੂੰ ਲੋਹੇ ਦੀ ਲੱਗ ਜਾਏ ਜਾਂ ਸੋਨੇ ਦੀ ਲੱਗ ਜਾਏ, ਹੱਥਕੜੀ ਤੇ ਹੱਥਕੜੀ ਹੈ ਨਾ ਪਿਆਰਿਓ, ਉਹਦੇ ਨਾਲ ਕੀ ਫਰਕ ਪੈ ਜਾਂਦਾ। ਚਾਰ ਅਚਾਰ ਰਹੇ ਉਰਝਾਏ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ। ਤੇਰੇ ਹਿਰਦੇ ਰੂਪੀ ਘਰ 'ਚ ਪਰਮਾਤਮਾ ਰੂਪੀ ਪਾਰਸ ਹੈ। ਤਜੋ ਗੁਣ ਆਨ, ਬਾਕੀ ਗੱਲਾਂ ਛੱਡ ਦੇ। ਅਖੀਰ ਕਹਿੰਦੇ ਨੇ ਕਬੀਰ, ਨਿਰਗੁਣ ਨਾਮ। ਇਹ ਕਬੀਰ, ਨਿਰਗੁਣ ਦੇ ਅਰਥ ਨੇ ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਹੈ, ਜਿਹਦੇ ਵਿੱਚ ਨਾ ਤਮ ਗੁਣ ਹੈ, ਨਾ ਰਜ ਗੁਣ ਹੈ, ਨਾ ਸਤ ਗੁਣ। ਚੌਥੇ ਪਦ ਕੋ ਜੋ ਨਰਜੀ। ਨਿਰਗੁਣ ਨਾਮ, ਉਹ ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਪ੍ਰਮਾਤਮਾ ਹੈ, ਉਹਦਾ ਜਿਹੜਾ ਨਾਮ ਹੈ। ਕਬੀਰ ਨਿਰਗੁਣ ਨਾਮ, ਜਮਕੀ ਦੇਣੀ ਵਿਸ਼ਰਾਮ ਲੈਣਾ, ਨਾ ਰੋਜ਼। ਤਿੰਨਾਂ ਗੁਣਾਂ ਤੋਂ ਉੱਪਰ ਪ੍ਰਮਾਤਮਾ ਦੇ ਨਾਮ ਨਾਲ ਨਾ ਰੁੱਸ। ਫਿਰ ਕੀ ਕਰਾਂ? ਇਸ ਪ੍ਰਚਾਏ ਪਰਚਰੋ। ਇਸ ਉਸ ਪਰਮਾਤਮਾ ਨੂੰ ਪ੍ਰਚਾ ਲੈ, ਉਸ ਪਰਮਾਤਮਾ ਨੂੰ ਰਿਝਾ ਲੈ, ਉਸ ਪਰਮਾਤਮਾ ਨੂੰ ਖੁਸ਼ ਕਰ ਲੈ। ਪਰਚਰੋ ਇਸ, ਔਰ ਨਾਮ ਵਿੱਚ ਹੀ ਪਰਚਿਆ ਰਹੋ, ਕਿਉਂਕਿ ਨਾਮ ਹੀ ਤੈਨੂੰ ਨਿਰਭੈਤਾ ਦੀ ਦਾਤ ਹੈ। ਬੰਦਗੀ ਕਰਨ ਨਾਲ ਹੀ ਅੰਦਰ ਨਿਰਭੈਤਾ ਪੈਦਾ ਹੁੰਦੀ ਹੈ। ਤੇ ਗੁਰੂ ਨਾਨਕ ਸਾਹਿਬ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਨੇ, ਬਾਬਰ ਤੂੰ ਜਾਬਰ। ਹਮਾਯੂ ਤਲਵਾਰ ਤੇ ਹੱਥ ਪਾਉਂਦਾ, ਗੁਰੂ ਅੰਗਦ ਸਾਹਿਬ ਕਹਿੰਦੇ ਨੇ ਸ਼ੇਰ ਸ਼ਾਹ ਸੂਰੀ ਕੋਲੋਂ ਤੇ ਡਰਦਾ ਦਿੱਲੀੋਂ ਭੱਜਾ ਹੈ, ਤੇ ਇੱਥੇ ਤੇਰਾ ਤਲਵਾਰ ਦੇ ਕਬਜ਼ੇ ਤੇ ਹੱਥ ਚਲਾ ਗਿਆ। ਅਕਬਰ ਵਾਹੋਗਾ ਹੀ ਭੱਜਾ ਹੁੰਦਾ, ਤੇ ਗੁਰੂ ਅਮਰਦਾਸ ਕਹਿੰਦੇ ਨੂੰ ਕਹੋ ਪਹਿਲਾਂ ਪੰਗਤ ਬਹਿ ਕੇ ਪ੍ਰਸ਼ਾਦਾ ਛਕੇ ਨੇ, ਕਿ ਇੱਥੇ ਨਹੀਂ ਆਉਂਦੇ, ਵਾਪਸ ਲੈ ਜਾਓ। ਇੰਦਰ ਪੈਦਾ ਵਕਤ ਦੇ ਹਾਕਮਾਂ ਨੂੰ ਚੈਲੰਜ ਕਰਦੇ। ਸਮਾਂ ਸਮਾਪਤ ਹੈ, ਲਿਹਾਜ਼ਾ ਮੈਂ ਸਮਝਦਾ ਵੀ ਪੰਕਚੁਅਲਿਟੀ ਬਹੁਤ ਲਾਜ਼ਮੀ। ਮੈਂ ਗੁਰਮਤ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹੁੰਦਾ। ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ, ਸਾਥ ਲੈ ਕੇ ਸਟੇਜ ਤੇ ਸਮਝੋ ਜੀ। ਸੋ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ। ਜਿਸ ਤਰ੍ਹਾਂ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ 7 ਤਰੀਕ ਨੂੰ
ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਆਪ ਸਾਰੀਆਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਹੈ ਤੇ ਆਪ ਸਾਰਿਆਂ ਨੇ ਸਮਾਂ ਕੱਢ ਕੇ ਸਾਰਾ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਤਾਰ 3 ਵਜੇ ਤੱਕ ਇਮਾਮ ਸਹੀ ਰਹਿੰਦੇ ਨੇ। ਆਪ ਜੀ ਨੇ ਦੁਬਾਰਾ ਸਵੇਰ ਪਹੁੰਚ ਕੇ